ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸ੍ਰੀ ਗੁਰ ਸ਼ਬਦ ਕਮਾਏ। ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਈ ਧਰਤੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਸਤਿਗੁਰੂ ਜੀ ਦਾ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ, ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੀ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ। ਜੀਵਨ ਦੀਆਂ ਇਹ ਘੜੀਆਂ ਭਾਗਾਂ ਵਾਲੀਆਂ ਹਨ, ਜਿਸ ਮੌਕੇ ਤੇ ਪੂਰੇ ਸਤਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋਵੇ, ਪੂਰੇ ਗੁਰੂ ਜੀ ਦੀ ਸੰਗਤ ਪ੍ਰਾਪਤ ਹੋਵੇ, ਪੂਰੇ ਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ ਪ੍ਰਾਪਤ ਹੋਵੇ। ਅੱਜ ਜੋ ਅੰਮ੍ਰਿਤ ਵੇਲੇ ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਨੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ। ਜੈਤਸਰੀ ਰਾਗ ਦੀ ਵਾਰ ਦੇ ਵਿੱਚ ਜੋ ਸਮੁੱਚੀ ਵਾਰ ਇਹ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਰੰਭ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸਿਰਲੇਖ ਦਿੱਤਾ ਹੈ ਵਾਰ ਸ਼ਲੋਕਾਂ ਨਾਲ। ਤੋ ਇਹ ਸਾਰੀ ਜੋ ਵਾਰ ਹੈ ਇਹ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਕਈ ਵਾਰਾਂ ਐਸੀਆਂ ਵਾ ਜਿਨ੍ਹਾਂ ਦੇ ਵਿੱਚ ਪੌੜੀਆਂ ਦੂਸਰੇ ਗੁਰੂ ਸਾਹਿਬ ਜੀ ਦੀਆਂ, ਸ਼ਲੋਕ ਦੂਸਰੇ ਗੁਰੂ ਸਾਹਿਬ ਜੀ ਦੇ ਹਨ। ਪਰ ਇਹ ਜੈਤਸਰੀ ਕੀ ਵਾਰ ਦੇ ਵਿੱਚ ਸ਼ਲੋਕ ਵੀ ਪੰਜਵੇਂ ਪਾਤਸ਼ਾਹ ਦੇ ਆ ਤੇ ਪੌੜੀਆਂ ਵੀ ਪੰਜਵੇਂ ਪਾਤਸ਼ਾਹ ਜੀ ਦੀਆਂ। ਤੇ ਨੌਵੀਂ ਪੌੜੀ ਸ਼ਲੋਕਾਂ ਦੇ ਸਹਿਤ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁਖ ਵਾਕ ਬਖਸ਼ਿਆ। ਉਸ ਵਿੱਚ ਨਾਮ ਦੀ ਮਹਿਮਾ ਦੱਸਦਿਆਂ ਹੋਇਆਂ ਤੇ ਪੂਰੇ ਗੁਰੂ ਜੀ ਦੀ ਮਹਿਮਾ ਕਥਨ ਕਰਦਿਆਂ ਹੋਇਆਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਆਖਿਆ ਕਿ ਪੂਰੇ ਗੁਰੂ ਤੋਂ ਬਿਨਾ ਜੀਵ ਦਾ ਜੀਵਨ ਸ਼ੈਤਾਨ ਵਰਗਾ ਹੈ, ਭੂਤਨਿਆਂ ਵਰਗਾ ਹੈ, ਬਤਾਲਾਂ ਵਰਗਾ। ਜੇ ਪੂਰੇ ਗੁਰੂ ਦੇ ਲੜ ਨਾ ਲੱਗੇ। ਗੁਰਬਾਣੀ ਦੇ ਅੰਦਰ ਵਾਰ-ਵਾਰ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕਹੇ ਆ, ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਤ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਭਾਵੇਂ ਸਵਰਗ ਵਿੱਚ ਵੀ ਕਿਉਂ ਨਾ ਵਸਦਾ ਹੋਵੇ। ਆਰੰਭ ਵਿੱਚ ਬਚਨ ਆਇਆ ਇਹ ਸ਼ਲੋਕ
ਬਸੰਤ ਸਵਰਗ ਲੋਕਾ ਹੈ। ਵਸਦਾ ਹੈ ਭਾਵੇਂ ਸਵਰਗ ਵਰਗੇ ਲੋਕ ਦੇ ਵਿੱਚ। ਸਵਰਗ ਦਾ ਕੀ ਭਾਵ ਹੈ ਸਾਧ ਸੰਗਤ ਜੀ? ਸਵਰਗ ਦੇ ਵਿੱਚ ਦੇਵਤੇ ਵਸਦੇ ਆ ਤੇ ਸਵਰਗ ਦੇ ਵਿੱਚ ਇੰਦਰੀਆਂ ਦੇ ਸਾਰੇ ਰਸ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਜੋ ਵੇਖਣ ਵਾਸਤੇ ਚਾਹੀਦਾ ਉਹ ਮਿਲਦਾ ਹੈ, ਸੁਣਨ ਵਾਸਤੇ ਚਾਹੀਦਾ ਉਹ ਮਿਲਦਾ ਹੈ, ਬਾਕੀ ਸਾਰੇ ਰਸ ਭੋਗਣ ਵਾਸਤੇ ਮਿਲਦੇ। ਜਿੱਥੇ ਸਾਰੇ ਪਦਾਰਥ ਪ੍ਰਾਪਤ ਹੋਣ, ਇੰਦਰੀਆਂ ਦੇ ਸਾਰੇ ਰਸ ਮਿਲਣ, ਤੇ ਉਸ ਨੂੰ ਆਖਿਆ ਹੈ ਵੀ ਉਹ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸਵਰਗ ਦੇ ਵਿੱਚ ਵਸਦਾ। ਬਸੰਤ ਸਵਰਗ ਲੋਕ ਹੈ ਜਿੱਥੇ ਮਾਨਿਸ਼ਤ ਪਦਾਰਥ ਮਿਲਦੇ ਹੋ। ਦੂਸਰਾ ਬਚਨ ਕੀਤਾ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਭਾਵੇਂ ਸਾਰੀ ਪ੍ਰਿਥਵੀ ਨੂੰ, 9 ਖੰਡਾਂ ਦੀ ਸਾਰੀ ਪ੍ਰਿਥਵੀ, ਸਾਰੀ ਧਰਤੀ, ਇਸ ਸਾਰੀ ਧਰਤੀ ਨੂੰ ਕੋਈ ਜਿੱਤ ਕੇ ਏਡਾ ਵੱਡਾ ਰਾਜਾ ਬਣ ਜਾਵੇ। ਸਵਰਗ ਦੇ ਵਿੱਚ ਵਸਦਾ ਹੈ, ਸਵਰਗ ਵਰਗੇ ਦੇਸ਼ ਵਿੱਚ ਵਸਦਾ ਹੈ, ਸਾਰੀ ਧਰਤੀ ਨੂੰ, ਸਾਰੀ ਪ੍ਰਿਥਵੀ ਨੂੰ ਜਿੱਤ ਲੈਂਦਾ ਹੈ। ਬਿਸਰੰਤ ਹਰ ਗੋਪਾਲ ਹੈ। ਪਰ ਜੇ ਪਰਮੇਸ਼ਰ ਵਾਹਿਗੁਰੂ ਭੁੱਲ ਜਾਂਦਾ ਹੈ ਉਸ ਨੂੰ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ ਹੈ। ਸਤਿਗੁਰੂ ਕਹਿੰਦੇ ਉਹ ਫਿਰ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਕੋਈ ਜੰਗਲ ਦੇ ਵਿੱਚ ਭਟਕਿਆ ਹੋਇਆ ਰਾਹੀ ਹੈ, ਜਿਵੇਂ ਜੰਗਲ ਦੇ ਵਿੱਚ ਉਦਿਆਨ ਦੇ ਵਿੱਚ ਭਟਕ ਰਿਹਾ ਹੈ। ਭਾਵੇਂ ਸਾਰੀ ਧਰਤੀ ਨੂੰ ਜਿੱਤਿਆ ਹੈ, ਪਰ ਜੇ ਵਾਹਿਗੁਰੂ ਭੁੱਲ ਗਿਆ ਤੇ ਦੁਨੀਆ ਦਾ ਰਾਜ ਭਾਗ, 9 ਖੰਡਾਂ ਦੀ ਜਿੱਤੀ ਹੋਈ ਧਰਤੀ ਵੀ ਕਿਸੇ ਅਰਥ ਨਹੀਂ। ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਿਕ ਕੋਟ ਤਮਾਸਿਆ। ਭਾਵੇਂ ਕਰੋੜਾਂ ਕੌਤਿਕ ਕਰਦਾ, ਤਮਾਸ਼ੇ ਕਰਦਾ ਹੈ। ਕਈ ਤਰ੍ਹਾਂ ਦੇ ਲੋਕ ਤਮਾਸ਼ੇ ਕਰਦੇ ਆਪਣੇ ਘਰਾਂ ਦੇ ਵਿੱਚ, ਕਈ ਤਰ੍ਹਾਂ ਦਾ ਨੱਚਣਾ ਟੱਪਣਾ, ਕਈ ਤਰ੍ਹਾਂ ਦੇ ਕੌਤਿਕ ਕਰਦੇ ਆ ਲੋਕ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ, ਕੌਤਿਕ ਕੋਟ ਤਮਾਸਿਆ। ਕਰੋੜਾਂ ਕੋਈ ਕੌਤਿਕ ਕਰੇ, ਕਰੋੜਾਂ ਕੋਈ ਤਮਾਸ਼ੇ ਕਰੇ, ਚਿੱਤ ਨਾ ਆਵਸ ਨਾਓ। ਪਰ ਉਹਨਾਂ ਤਮਾਸ਼ੇ ਕਰਨ ਦੇ ਨਾਲ ਨਾਮ ਨਹੀਂ ਚੇਤੇ ਆਉਂਦਾ। ਜੋ ਲੋਕ ਡੀਜੇ ਲਾ ਕੇ ਨੱਚਦੇ ਟੱਪਦੇ, ਉਹਨਾਂ ਨੂੰ ਨਾਮ ਚੇਤੇ ਆਉਂਦਾ ਕਿਤੇ? ਨਾਮ ਭੁੱਲ ਜਾਂਦਾ। ਵਕਾਰ ਔਗਣ ਪਾਪ ਚੇਤੇ ਆਉਂਦੇ। ਕੌਤਿਕ ਕੋਟ ਤਮਾਸਿਆ, ਚਿੱਤ ਨਾ ਆਵਸ ਨਾਓ। ਨਾਨਕ ਕੋੜੀ ਨਰਕ ਬਰਾਬਰੇ, ਉੱਜੜ ਸੋਈ ਥਾਓ। ਉਹ ਤਾਂ ਇਸ ਤਰ੍ਹਾਂ ਹੈ ਨਰਕਾਂ ਦੇ ਬਰਾਬਰ। ਜਿਵੇਂ ਕੋੜ ਦਾ ਗਰਸਿਆ ਹੋਇਆ ਕੋਈ ਰੋਗੀ ਹੋਵੇ, ਸਤਿਗੁਰੂ ਕਹਿੰਦੇ ਵੀ ਉਹ ਜਾਣੋ ਵੀ ਸੁੱਖ ਦੇ ਸਹਿਤ ਨਹੀਂ ਵਸ ਰਿਹਾ, ਉਹ ਨਰਕ ਦੇ ਵਿੱਚ ਵਸ ਰਿਹਾ ਹੈ। ਤੇ ਉਜੜਿਆ ਹੋਇਆ ਉਹ ਥਾਂ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ। ਉਹ ਘਰ ਨਹੀਂ, ਸਤਿਗੁਰੂ ਕਹਿੰਦੇ ਸ਼ਮਸ਼ਾਨ ਘਾਟ ਹੈ। ਉਹ ਘਰ ਦੇ ਜੀ ਜੰਤ ਨਹੀਂ, ਪਰਿਵਾਰ ਦੇ ਮੈਂਬਰ ਨਹੀਂ। ਸਤਿਗੁਰੂ ਕਹਿੰਦੇ ਉਹ ਭੂਤਨਿਆਂ ਦਾ ਟੱਬਰ ਹੈ। ਇਹ ਗੁਰਬਾਣੀ ਦਾ ਬਚਨ ਹੈ ਸਾਧ ਸੰਗਤ ਜੀ। ਉੱਜੜ ਸੋਈ ਥਾਓ। ਉਹ ਥਾਂ ਉਜੜਿਆ ਹੋਇਆ ਹੈ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਮਹਾਰਾਜ ਕਹਿੰਦੇ ਉਹ ਨਗਰ ਨਹੀਂ। ਭਾਵੇਂ ਉੱਥੇ ਨਗਰ ਵਸਦਾ ਵੀ ਹੈ, ਪਰ ਸਤਿਗੁਰੂ ਕਹਿੰਦੇ ਉਹਨੂੰ ਉਜਾੜ ਸਮਝੋ, ਉਜਾੜ। ਭਗਤ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ, ਕਬੀਰ ਜਹ ਘਰ ਸਾਧਨਾ ਸੇਵੀਆ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ, ਭੂਤ ਬਸੇ ਤਿਨ ਮਾਰ। ਜਿੱਥੇ ਵਾਹਿਗੁਰੂ ਦੀ ਸੇਵਾ ਨਹੀਂ ਕੀਤੀ ਜਾਂਦੀ, ਜਿਸ ਘਰ ਦੇ ਵਿੱਚ ਸਾਧ ਸੰਗਤ ਨਹੀਂ ਹੁੰਦੀ, ਨਾਮ ਨਹੀਂ ਜਪਿਆ ਜਾਂਦਾ, ਭਗਤ ਜੀ ਕਹਿੰਦੇ ਉਹ ਤਾਂ ਸ਼ਮਸ਼ਾਨ ਘਾਟ ਹੈ। ਉਹ ਘਰ ਕਾਹਦਾ? ਉਹ ਤੇ ਮੜੀਆਂ ਦੇ ਤੁੱਲ ਹੈ। ਕਹਿੰਦੇ ਉਹ ਘਰ ਦੇ ਜੀ ਜੰਤੂ, ਪਰਿਵਾਰ ਕਾਹਦਾ? ਉਹ ਤਾਂ ਭੂਤਨਿਆਂ ਵਰਗੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਵੀ ਬਚਨ ਹੈ ਵੀ ਕਲਯੁਗ ਦੇ ਵਿੱਚ ਬਹੁਤਾ ਭੂਤਨਿਆਂ ਦਾ ਹੀ ਜਨਮ ਹੋ ਰਿਹਾ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਅਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਸਤਿਗੁਰੂ ਕਹਿੰਦੇ ਨਾਮ ਤੋਂ ਟੁੱਟਿਆ ਹੋਇਆ ਪੁੱਤ ਵੀ ਭੂਤਨਾ, ਧੀ ਵੀ ਭੂਤਨੀ, ਤੇ ਮਾਂ ਵੀ ਭੂਤਨਿਆਂ ਦਾ ਸਰਦਾਰ ਹੈ ਜੇ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਆਉਂਦਾ। ਐਸੀ ਹਾਲਤ ਹੈ। ਅੱਗੇ ਪੌੜੀ 'ਚ ਹੋਰ ਖੁਲਾਸਾ ਕੀਤਾ। ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਬੜਾ ਭਿਆਨਕ ਜੰਗਲ ਆ ਮਾਰੇ ਕਹਿੰਦੇ। ਸੰਸਾਰ ਜੀਵ ਨੇ ਇਸ ਨੂੰ ਵਸਦਾ ਨਗਰ ਕਰਕੇ ਮੰਨਿਆ ਹੋਇਆ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਜਿਹੜੀ ਸਮਗਰੀ ਵੇਖਦਾ ਹੈ ਤਾਂ ਝੂਠੀ,
ਛੱਡ ਜਾਣੀ ਨਾਸਵਾਨ, ਇਹਨੂੰ ਸੱਚੀ ਮੰਨਿਆ ਹੋਇਆ। ਕਾਮ ਕ੍ਰੋਧ ਅਹੰਕਾਰ ਫਿਰਹਿ ਦੇਵਾਨਿਆ, ਝੂਠੀ ਸਮਗਰੀ ਨੂੰ ਸੱਚੀ ਮੰਨ ਕੇ ਤੇ ਵਿਕਾਰਾਂ ਦੇ ਵਿੱਚ ਮਸਤ ਹੋਇਆ ਪਿਆ, ਕਾਮ ਵਿੱਚ, ਕ੍ਰੋਧ ਵਿੱਚ, ਹੰਕਾਰ ਵਿੱਚ, ਤੇ ਦੀਵਾਨਾ ਝੱਲਾ ਹੋਇਆ ਤੁਰਿਆ ਫਿਰਦਾ। ਕਾਮ ਕ੍ਰੋਧ ਅਹੰਕਾਰ ਫਿਰਹਿ ਦੇਵਾਨਿਆ, ਜਦੋਂ ਸਮਾਂ ਲੰਘ ਜਾਂਦਾ ਹੈ, ਵਿਆਹ ਜਾਂਦੀ ਹੈ ਆਰਬਲਾ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਫਿਰ ਸਿਰ ਵਿੱਚ ਜਮਾਂ ਦਾ ਡੰਡਾ ਵੱਜਦਾ, ਫਿਰ ਪਛਤਾਤਾਪ ਕਰਦਾ ਕਿ ਮਨੁੱਖਾ ਜਨਮ ਮਿਲਿਆ ਸੀ ਨਾਮ ਜਪਣ ਵਾਸਤੇ, ਮੈਂ ਤਾਂ ਕਾਮ ਕ੍ਰੋਧ ਹੰਕਾਰ ਵਿੱਚ ਹੀ ਲੰਘਾ ਆਇਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਸਤਿਗੁਰੂ ਕਹਿੰਦੇ ਹਾਲਤ ਕਿੰਨਾ ਲੋਕਾਂ ਦੀ ਹੁੰਦੀ ਆ, ਅਖੀਰਲੀ ਪੰਕਤੀ 'ਚ ਕਹਿੰਦੇ ਆ, ਬਿਨ ਪੂਰੇ ਗੁਰਦੇਵ ਫਿਰੈ ਸਹਿਤਾਨਿਆ। ਪੂਰੇ ਗੁਰੂ ਦੇਵ ਤੋਂ ਬਿਨਾਂ, ਪੂਰੇ ਗੁਰੂ ਸਾਹਿਬ ਜੀ ਦੀ ਸਿੱਖੀ ਤੋਂ ਬਿਨਾਂ, ਉਪਦੇਸ਼ ਤੋਂ ਬਿਨਾਂ, ਪੂਰੇ ਗੁਰੂ ਦੇ ਨਾਮ ਤੋਂ ਬਿਨਾਂ ਜੀਵ ਸ਼ੈਤਾਨ ਹੋਇਆ ਫਿਰਦਾ, ਭੂਤਨਾ ਬਿਤਾਲਾ ਹੋਇਆ ਤੁਰਿਆ ਫਿਰਦਾ। ਤੋ ਸਾਧ ਸੰਗਤ ਜੀ, ਪੂਰੇ ਗੁਰੂ ਦੀ ਸੰਗਤ ਤੋਂ ਬਿਨਾਂ, ਨਾਮ ਤੋਂ ਬਿਨਾਂ ਜੀਵਨ ਮਹਾਰਾਜ ਨੇ ਆਖਿਆ ਨਿਸਫਲ ਹੈ। ਤੋ ਸਾਧ ਸੰਗਤ ਜੀ, ਲੜੀਵਾਰ ਰੂਪ ਦੇ ਵਿੱਚ ਆਪਾਂ ਮਾਤਾ ਸੁੰਦਰ ਕੌਰ ਜੀ ਦਾ ਇਤਿਹਾਸ, ਦਿੱਲੀ ਦੇ ਵਿੱਚ ਮਾਤਾ ਜੀ ਹਨ ਤੇ ਮਾਤਾ ਜੀ ਦਾ ਪਾਲਕ ਪੁੱਤਰ ਜੋ ਮਾਤਾ ਜੀ ਨੇ ਤਿਆਗ ਦਿੱਤਾ ਹੈ, ਜੋ ਮਨਮਰਜ਼ੀ ਕਰਦਾ ਸੀ, ਤਾਂ ਜਿਸ ਤਰੀਕੇ ਨਾਲ ਉਹ 92 ਫਕੀਰ ਨੂੰ ਮਾਰਿਆ ਤੇ ਬਾਕੀ 92 ਸਾਧੂਆਂ ਨੇ ਜਿਵੇਂ ਬਾਦਸ਼ਾਹ ਕੋਲੇ ਫਰਿਆਦ ਕੀਤੀ, ਬਾਦਸ਼ਾਹ ਨੇ ਇਹ ਪਾਲਕ ਪੁੱਤਰ ਅਜੀਤ ਸਿੰਘ ਨੂੰ ਆਪਣੀ ਸਭਾ ਵਿੱਚ ਬੁਲਾਇਆ, ਉੱਥੇ ਨਹੀਂ ਗਿਆ। ਵਾਰ-ਵਾਰ ਸਿਪਾਹੀ ਲੈਣ ਵਾਸਤੇ ਆਏ, ਫਿਰ ਫੌਜਾਂ ਭੇਜੀਆਂ, ਫਿਰ ਲੜਾਈ ਆਪਸ ਵਿੱਚ ਸ਼ੁਰੂ ਹੋ ਗਈ, ਤਾਂ ਫਿਰ ਸਾਧ ਸੰਗਤ ਜੀ ਦੋਵਾਂ ਪਾਸਿਓਂ ਗੋਲੀਆਂ ਚੱਲਣ ਲੱਗ ਪਈਆਂ। ਪਾਲਕ ਪੁੱਤਰ ਅਜੀਤ ਸਿੰਘ ਦੇ ਘਰ ਨੂੰ ਘੇਰਾ ਪਾਇਆ ਫਰਕਸੀਅਰ ਬਾਦਸ਼ਾਹ ਦੀ ਫੌਜ ਨੇ, ਤਾਂ ਅੰਦਰੋਂ ਇਹ ਅਜੀਤ ਸਿੰਘ ਤੇ ਉਹਦੇ ਸਾਥੀ ਗੋਲੀਆਂ ਚਲਾਉਂਦੇ ਆ ਤੇ ਬਾਹਰੋਂ ਬਾਕੀ ਫੌਜਾਂ ਗੋਲੀਆਂ ਚਲਾਉਂਦੀਆਂ। ਉਤ ਤੇ ਵਹਿਰ ਤੁਰਕ ਸਮੁਦਾਏ, ਰਚੇ ਮੋਰਚੇ ਤੁਪਕ ਚਲਾਏ, ਮਾਰ ਮਾਰ ਕਰ ਚਾਹੁੰਦੇ ਸ਼ਕੇਰੇ, ਅਦਕ ਵਧਹਿ ਫੇਰੇ ਫਿਰ ਨੇਰੇ। 4 ਛਪੇਰੇ ਤੁਰਕਾਂ ਨੇ ਘੇਰਾ ਪਾਇਆ ਹੋਇਆ ਹੈ ਤੇ ਬਾਹਰੋਂ ਗੋਲੀਆਂ ਚਲਾ ਰਹੇ ਆ ਤੇ ਅੰਦਰੋਂ ਪਾਲਕ ਪੁੱਤਰ ਅਜੀਤ ਸਿੰਘ, ਜਿਸ ਨੂੰ ਬੇਮੁਖ ਹੋਇਆ ਜਾਣ ਕੇ, ਜਿਸ ਨੇ ਸਿੱਖੀ ਤਿਆਗ ਦਿੱਤੀ ਸੀ, ਮਾਤਾ ਸੁੰਦਰ ਕੌਰ ਜੀ ਨੇ ਇਸ ਨੂੰ ਤਿਆਗ ਦਿੱਤਾ ਹੈ। ਤਾਂ ਜਿਸ ਤਰ੍ਹਾਂ ਤੁਰਕਾਂ ਦੇ ਨਾਲ ਲੜਾਈ ਹੋ ਰਹੀ ਹੈ, ਉਹ ਪ੍ਰਸੰਗ ਚੱਲ ਰਿਹਾ ਹੈ। ਸਰਵਣ ਕਰੀਏ। ਸਭ ਮਾਈ ਭਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਏ ਆ ਰਸਨਾ ਪਵਿੱਤਰ ਕਰੋ ਜੀ, ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਤਰ ਮਾਰਨ ਮਰਨ ਅਰੰਭਾ। ਅੰਦਰਵਾਰ ਪਾਲਕ ਪੁੱਤਰ ਅਜੀਤ ਸਿੰਘ ਤੇ ਉਹਦੇ ਸਾਥੀਆਂ ਨੇ ਵੀ ਮਾਰਨਾ ਤੇ ਮਰਨਾ ਆਰੰਭਿਆ ਹੋਇਆ ਹੈ। ਪਰੇ ਜੰਗ ਲੜ ਕਰੇ ਅਚੰਬਾ। ਇਸ ਤਰ੍ਹਾਂ ਜੰਗ ਹੋਣ ਲੱਗ ਪਿਆ ਤੇ ਸਾਰੇ ਲੋਕ ਅਚੰਭੇ ਦੇ ਸਹਿਤ ਹਨ, ਹੈਰਾਨ ਹੋ ਰਹੇ ਨੇ। ਗੋਰੀ ਲੱਗ ਤੋਰੀ ਭੱਟ ਦੇਹ। ਤੇ ਕਹਿੰਦੇ ਗੋਲੀਆਂ ਲੱਗਦੀਆਂ ਤੇ ਸੂਰਮਿਆਂ ਦੀ ਦੇਹ ਨੂੰ, ਸਰੀਰ ਨੂੰ ਫੋੜ ਦਿੰਦੀਆਂ। ਛੋਰੀ ਤੁਪਕ ਤੁਰਤ ਭਰ ਲੇਹ। ਛੇਤੀ ਨਾਲ ਬੰਦੂਕ ਭਰ ਕੇ ਛੱਡ ਦਿੰਦੇ ਆ, ਬੰਦੂਕ ਖਾਲੀ ਹੋ ਜਾਂਦੀ ਹੈ, ਗੋਲੀ ਚੱਲ ਜਾਂਦੀ ਹੈ। ਉਸ ਤੋਂ ਬਾਅਦ ਤੁਰਤ ਛੇਤੀ ਦੇ ਨਾਲ ਫੇਰ ਰਫਲ ਨੂੰ ਭਰ ਲੈਂਦੇ ਹਨ। ਜਦੋਂ ਨੇੜੇ ਢੁੱਕਦੇ ਆ, ਹੱਲਾ ਕਰਕੇ ਤੁਰਕ ਸਮੁਖ ਨਿਸਕ ਬਾਰਤ ਕਰਨਾ ਵਾਲੇ। ਇਸੇ ਤਰ੍ਹਾਂ ਕਹਿੰਦੇ ਸਾਹਮਣੇ ਨਿਕਲ ਕਰਕੇ, ਬਾਹਰ ਨਿਕਲ ਕਰਕੇ ਫਿਰ ਤਲਵਾਰਾਂ ਦੇ ਨਾਲ ਵੀ ਜੰਗ ਹੁੰਦਾ ਹੈ। ਕੁਝ ਡੰਡਣ ਅਰ ਗਰੀਵਾ ਕੱਟ ਹੈ। ਆਪਸ ਦੇ ਵਿੱਚ ਤਲਵਾਰਾਂ ਚੱਲਣ ਲੱਗੀਆਂ, ਕਿਸੇ ਦੇ ਮੋਢੇ ਕੱਟੇ ਗਏ, ਬਾਹਾਂ ਕੱਟੀਆਂ ਗਈਆਂ, ਕਿਸੇ ਦੀਆਂ ਗਰਦਨਾਂ ਕੱਟਦੇ ਹਨ। ਵਰਜਤ ਤਰਜਤ ਤੱਕ ਤੱਕ ਡੰਡ ਹੈ। ਇਸੇ ਤਰ੍ਹਾਂ ਵਰਜਦੇ ਆ, ਤਾੜਦੇ ਆ ਤੇ ਤੱਕ ਤੱਕ ਕੇ ਡਾਂਟਦੇ ਹਨ। ਪ੍ਰਥਮ ਦਿਵਸ ਲੜ ਸੰਧਿਆ ਹਰੀ। ਇਸ ਤਰ੍ਹਾਂ ਪਹਿਲਾ ਦਿਨ ਸਾਰਾ ਦਿਨ ਲੜਾਈ ਹੋਈ, ਕਹਿੰਦੇ ਸੰਧਿਆ ਹੋ ਗਈ। ਭਏ ਨਿਮਰ ਸੈਨਾ ਕਹਿ ਥਰੀ। ਹਨੇਰਾ ਹੋ ਗਿਆ ਤੇ ਫੌਜ ਉੱਥੇ ਹੀ ਖਲੋ ਗਈ ਹੈ। ਉਹਨਾਂ ਦਿਨਾਂ ਦੇ ਕੋਈ ਅਸੂਲ ਸਨ, ਦਿਨੇ ਦਿਨੇ ਜੰਗ ਹੁੰਦਾ ਸੀ ਤੇ ਰਾਤ ਨੂੰ ਜੰਗ ਨਹੀਂ ਸੀ ਹੁੰਦਾ।
ਕਦੀ ਕਦੀ ਐਸੇ ਅਸੂਲ ਜੰਗਾਂ ਦੇ ਵਿੱਚ ਰਹੇ ਆ ਤੇ ਜਿਹੜੇ ਜਿਨ੍ਹਾਂ ਨੇ ਧਰਮ ਤਿਆਗ ਦਿੱਤੇ, ਜਿਨ੍ਹਾਂ ਦੇ ਕੋਲੇ ਦੀਨ ਹੀ ਨਹੀਂ, ਧਰਮ ਹੀ ਨਹੀਂ, ਉਹ ਫਿਰ ਅਸੂਲ ਥੋੜ੍ਹਾ ਕੋਈ ਰੱਖਦੇ। ਨਹੀਂ ਤਾਂ ਪਿਛਲੇ ਸਮੇਂ ਦੇ ਵਿੱਚ ਜੰਗ ਯੁੱਧ ਜਿਹੜੇ ਸੀ ਉਹ ਦਿਨੇ ਦਿਨੇ ਹੁੰਦੇ ਸੀ ਸੂਰਜ ਦੇ ਚੜ੍ਹਾਅ ਦੇ ਨਾਲ। ਜਦੋਂ ਸੂਰਜ ਅਸਤ ਹੋ ਜਾਂਦਾ ਸੀ ਤੇ ਦੋਵਾਂ ਪਾਸੇ ਦੀਆਂ ਫੌਜਾਂ ਪਿਛਾਂਹ ਹੋ ਜਾਂਦੀਆਂ ਸੀ। ਸੂਰਜ ਦੇ ਚੜ੍ਹਦਿਆਂ ਹੀ ਜੰਗ ਹੋਣਾ ਹੈ ਤੇ ਸੂਰਜ ਦੇ ਛਿਪਦਿਆਂ ਜੰਗ ਸਮਾਪਤ ਹੋ ਜਾਣਾ। ਪਰ ਉਸ ਮੌਕੇ ਦੇ ਉੱਤੇ ਐਸਾ ਸੀ, ਉਸ ਤੋਂ ਬਾਅਦ ਤਾਂ ਐਸਾ ਅਸੂਲ ਕਿਸੇ ਨੇ ਨਹੀਂ ਰੱਖਿਆ। ਕਹਿੰਦੇ ਹਨ ਕਿ ਜਿਸ ਵੇਲੇ ਸੰਧਿਆ ਹੋ ਗਈ ਤੇ ਜਿਹੜੀ ਫੌਜ ਹੈ ਦੋਵਾਂ ਪਾਸੇ ਦੀ ਉਹ ਪਿਛਾਂਹ ਟਿਕ ਗਈ ਹੈ। ਟਿਕੇ ਮੋਰਚਨ ਤਪਕ ਚਲਾਵਹਿ। ਪਰ ਰਾਤ ਦੇ ਮੌਕੇ ਦੇ ਉੱਤੇ ਵੀ ਕਹਿੰਦੇ ਗੋਲੀ ਚੱਲਦੀ ਰਹੀ ਹੈ। ਮੋਰਚਿਆਂ ਦੇ ਵਿੱਚ ਟਿਕੇ ਹੋਏ ਵੀ ਗੋਲੀਆਂ ਚਲਾਉਂਦੇ ਹਨ। ਅੰਤਰ ਆਵਨ ਜਾਨ ਨਾ ਪਾਵਹਿ। ਪਰ ਅੰਦਰ ਪਾਲਕ ਪੁੱਤਰ ਅਜੀਤ ਸਿੰਘ ਤੇ ਉਹਨਾਂ ਦੇ ਸਾਥੀ ਆ, ਉਹਨਾਂ ਦੇ ਕੋਲੇ ਜਾਣਾ ਨਹੀਂ ਪਾਉਂਦੇ, ਜੋ ਤੁਰਕਾਂ ਦੀ ਫੌਜ ਹੈ। ਮਾਤ ਸੁੰਦਰੀ ਚਿੰਤ ਕਨੇਰੀ। ਇਧਰ ਮਾਤਾ ਸੁੰਦਰ ਕੌਰ ਜੀ, ਉਹਨਾਂ ਨੂੰ ਵੀ ਬਹੁਤੀ ਚਿੰਤਾ ਹੈ। ਕਰਿਓ ਕੁਕਰਮ ਕੁਪੁੱਤਰ ਕੁਫੇਰੀ। ਵੀ ਇਹ ਮੇਰੇ ਪਾਲਕ ਪੁੱਤਰ ਅਜੀਤ ਸਿੰਘ ਨੇ ਖੋਟਾ ਕਰਮ ਕੀਤਾ। ਇੱਕ ਪੁੱਤਰ ਹੋ ਗਿਆ, ਪੁੱਤਰ ਤੋਂ ਕੁਪੁੱਤਰ ਕੁਫੇਰੀ। ਇਹ ਟੇਢੀ ਚਾਲ ਇਸ ਨੇ ਚੱਲੀ, ਇਹ ਟੇਢੇ ਫੇਰੇ ਵਿੱਚ ਪੈ ਗਿਆ। ਕਿਉਂਕਿ ਇੱਕ ਹੁੰਦਾ ਹੈ ਸਾਧ ਸੰਗਤ ਜੀ ਪੁੱਤਰ, ਤੇ ਇੱਕ ਹੁੰਦਾ ਹੈ ਸੁਪੁੱਤਰ, ਤੇ ਇੱਕ ਹੁੰਦਾ ਹੈ ਕਪੁੱਤਰ। ਪੁੱਤਰ ਜਿਹੜਾ ਹੈ ਉਹ ਵੀ ਮਾਤਾ ਪਿਤਾ ਦੀ ਸੇਵਾ ਕਰੇ, ਮਾਤਾ ਦੇ ਆਖੇ ਲੱਗੇ, ਪਿਤਾ ਦੇ ਆਖੇ ਲੱਗੇ, ਸੁਭਾਵਕ ਉਸ ਨੂੰ ਪੁੱਤਰ ਕਿਹਾ ਜਾਂਦਾ। ਤੇ ਜਿਹੜਾ ਚੰਗੇ ਗੁਣ ਵਾਲਾ ਹੈ ਉਸ ਨੂੰ ਸੁਪੁੱਤਰ ਕਿਹਾ ਜਾਂਦਾ, ਜੋ ਆਪਣੇ ਪਰਿਵਾਰ ਦਾ, ਮਾਤਾ ਪਿਤਾ ਦਾ ਸੇਵਾ ਵੀ ਕਰਦਾ ਹੈ ਤੇ ਨਾਂ ਰੋਸ਼ਨ ਵੀ ਕਰਦਾ। ਚੰਗੇ ਕਰਮ ਕਰਕੇ ਆਪਣੇ ਖਾਨਦਾਨ ਦਾ ਨਾਂ ਰੋਸ਼ਨ ਕਰ ਦਿੰਦਾ, ਉਹਨੂੰ ਫਿਰ ਸ੍ਰੇਸ਼ਟ ਪੁੱਤਰ ਆਖਿਆ ਜਾਂਦਾ, ਸੁਪੁੱਤਰ। ਤੇ ਐਸੇ ਵਿਰਲੇ ਵਿਰਲੇ ਹੁੰਦੇ ਆ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਪੁੱਤਰ ਤਾਂ ਦੁਨੀਆ ਤੇ ਬਹੁਤ ਵਾ, ਪਰ ਸਰਵਣ ਵਰਗਾ ਕੋਈ ਵਿਰਲਾ। ਸਰਵਣ ਵੀ ਮਾਂ ਪਿਓ ਦਾ ਪੁੱਤ ਹੋਇਆ, ਸ੍ਰੇਸ਼ਟ ਪੁੱਤਰ, ਜਿਸ ਨੇ ਆਪਣੇ ਅੰਧਲੇ ਮਾਤਾ ਪਿਤਾ ਨੂੰ ਤੀਰਥਾਂ ਦੀ ਯਾਤਰਾ ਕਰਾਈ। ਮਾਤਾ ਪਿਤਾ ਨੇ ਇੱਛਾ ਕੀਤੀ ਸੀ ਕਿ ਪੁੱਤਰ ਸਾਨੂੰ ਨੇਤਰਾਂ ਤੋਂ ਦਿਸਦਾ ਨਹੀਂ, ਪਰ ਸਾਡਾ ਜੀ ਕਰਦਾ ਅਸੀਂ 68 ਤੀਰਥਾਂ ਤੇ ਇਸ਼ਨਾਨ ਕਰੀਏ, ਤੀਰਥਾਂ ਦੀ ਯਾਤਰਾ ਕਰੀਏ। ਤੇ ਸਰਵਣ ਨੇ ਆਖਿਆ, ਮਾਤਾ ਜੀ, ਪਿਤਾ ਜੀ, ਮੈਂ ਕਰਾਵਾਂਗਾ ਤੁਹਾਨੂੰ ਯਾਤਰਾ, ਕਿਉਂਕਿ ਮੈਂ ਤੁਹਾਡਾ ਪੁੱਤਰ ਹਾਂ। ਤੇ ਵਹਿੰਗੀ ਦੇ ਵਿੱਚ ਬਿਠਾ ਕਰਕੇ, ਜਿਵੇਂ ਜੋਗੀਆਂ ਨੇ ਨਹੀਂ ਵਹਿੰਗੀ ਚੁੱਕੀ ਹੁੰਦੀ ਮੋਢੇ ਦੇ ਉੱਤੇ, ਇਸ ਤਰੀਕੇ ਦੇ ਨਾਲ ਇੱਕ ਪਾਸੇ ਪਿਤਾ ਨੂੰ ਬਿਠਾਇਆ, ਇੱਕ ਪਾਸੇ ਮਾਤਾ ਨੂੰ ਬਿਠਾਇਆ, ਤੇ ਆਪਣੇ ਮੋਢਿਆਂ ਤੇ ਚੁੱਕ ਕਰਕੇ ਕਿੰਨੀ ਕਿੰਨੀ ਦੂਰ ਤੀਰਥ ਵਾ, ਉਹਨਾਂ ਤੀਰਥਾਂ ਦੇ ਉੱਤੇ ਮਾਤਾ ਪਿਤਾ ਨੂੰ ਲੈ ਕੇ ਗਿਆ ਤੇ ਇਸ਼ਨਾਨ ਕਰਵਾਇਆ। ਇਸ਼ਨਾਨ ਕਰਵਾਇਆ ਮਾਤਾ ਪਿਤਾ ਦਾ। ਕਿੰਨਾ ਚੰਗਾ ਪੁੱਤਰ ਸੀ, ਕਿੰਨਾ ਭਾਗਾਂ ਵਾਲਾ, ਮਾਂ ਪਿਓ ਦੀ ਸੇਵਾ ਕਰਨ ਵਾਲਾ। ਤੇ ਕੁਝ ਐਸੇ ਵੀ ਹੈਗੇ ਆ ਜਿਹੜੇ ਘਰ ਵਿੱਚ ਹੀ ਮਾਤਾ ਪਿਤਾ ਨੂੰ ਨਹੀਂ ਪੁੱਛਦੇ, ਘਰ ਵਿੱਚ ਮਾਂ ਪਿਓ ਨੂੰ ਪਾਣੀ ਨਹੀਂ ਪੁੱਛਦੇ, ਘਰ ਦੇ ਵਿੱਚ ਹੀ ਮਾਤਾ ਪਿਤਾ ਤੰਗ ਵਾ ਵੀ ਸਾਡਾ ਚੰਗਾ ਇਹ ਪੁੱਤਰ ਵਾ, ਸਾਨੂੰ ਪਾਣੀ ਨਹੀਂ ਪਿਆਉਂਦਾ, ਪੁੱਛਦਾ ਹੀ ਨਹੀਂ ਹੈ। ਉਹਨਾਂ ਨੂੰ ਫਿਰ ਕੁਪੁੱਤਰ ਆਖਿਆ ਜਾਂਦਾ, ਖੋਟੇ ਪੁੱਤਰ। ਤੇ ਮਾਤਾ ਪਿਤਾ ਦੀ ਸੇਵਾ ਜਿਸ ਨੇ ਕੀਤੀ ਆ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇੱਕ ਪੰਕਤੀ ਲਿਖ ਦਿੱਤੀ ਆ ਸਰਵਣ ਦੇ ਵਾਸਤੇ। ਵਾਰਾਂ ਦੇ ਵਿੱਚ ਸਦਾ ਵਾਸਤੇ ਅਮਰ ਹੋ ਗਿਆ ਦੁਨੀਆ ਤੇ ਸਰਵਣ ਪੁੱਤ। ਜਿਹੜਾ ਚੰਗਾ ਸਿਆਣਾ ਪੁੱਤ ਹੋਵੇ ਨਾ ਮਾਂ ਪਿਓ ਦਾ, ਤੇ ਮਾਂ ਪਿਓ ਕਹਿੰਦੇ ਮੇਰਾ ਪੁੱਤ ਤੇ ਸਰਵਣ ਵਰਗਾ। ਤੇ ਸਰਵਣ ਹਰ ਕੋਈ ਨਹੀਂ ਬਣ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹੋਵੇ ਸਰਵਣ ਵਿਰਲਾ ਕੋਈ, 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 ਹੋਵੇ ਸਰਵਣ ਵਿਰਲਾ ਕੋਈ। ਇਹਦੇ ਚੋਂ ਸਿੱਖਿਆ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਦਿੱਤੀ। ਉਹ ਕਹਿੰਦੇ, ਭਾਈ ਜੇ ਘਰ ਦੇ ਵਿੱਚ ਮਾਤਾ ਪਿਤਾ ਜਿਉਂਦੇ ਆ ਤੇ ਉਹਨਾਂ ਨੂੰ ਸਮੇਂ ਨਾਲ ਪਾਣੀ ਪੁੱਛ ਲਿਆ ਕਰੋ, ਉਹਨਾਂ ਨੂੰ ਪਾਣੀ ਪਿਆ ਦਿਆ ਕਰੋ, ਉਹਨਾਂ ਨੂੰ
ਜਲ ਪਾਣੀ ਜੋ ਉਹਨਾਂ ਨੇ ਛਕਣਾ ਉਹ ਛਕਾ ਦਿਆ ਕਰੋ। ਮਾਤਾ ਪਿਤਾ ਜੇ ਬਹੁਤੇ ਬਜ਼ੁਰਗ ਵਾ ਤੇ ਉਹਨਾਂ ਦਾ ਇਸ਼ਨਾਨ ਕਰਵਾ ਦਿਆ ਕਰੋ, ਉਹਨਾਂ ਦੇ ਵਸਤਰ ਧੋ ਕਰਕੇ ਉਹਨਾਂ ਨੂੰ ਪਿਆਇਆ ਕਰੋ। ਕਦੀ ਮਿੱਠਾ ਪਦਾਰਥ ਤਿਆਰ ਕਰਕੇ ਛਕਾ ਦਿਆ ਕਰੋ, ਕਦੀ ਸੇਵੀਆਂ ਬਣਾ ਕੇ ਛਕਾ ਦਿੱਤੀਆਂ। ਜਦੋਂ ਮਾਂ ਪਿਓ ਚੜ੍ਹਾਈ ਕਰ ਜਾਂਦੇ, ਕਈ ਜਿਉਂਦਿਆਂ ਪੁੱਛਦੇ ਨਹੀਂ, ਜਦੋਂ ਮਰ ਜਾਂਦੇ ਆ ਤੇ ਮਗਰੋਂ ਮੂੰਹ ਦੇ ਵਿੱਚ ਘਿਓ ਪਾਉਣਗੇ ਕਿ ਹੁਣ ਤੁਹਾਡਾ ਘਿਓ ਛਕਣ ਲੱਗਾ ਤੇ ਨਾਲੇ ਛਕ ਕੇ ਹੁਣ ਪਹਿਲਵਾਨ ਬਣਨ ਲੱਗਾ। ਜਿਉਂਦਿਆਂ ਛਕਾਓ, ਜੇ ਜਿਉਂਦਿਆਂ ਖੰਘ ਲੱਗੀ ਹੈ ਤੇ ਉਸ ਮੌਕੇ ਦੇ ਉੱਤੇ 2-4 ਚਮਚੇ ਘਿਓ ਦੇ ਪਾ ਕੇ ਤੇ ਛਕਾਓ। ਭਾਈ ਸਾਹਿਬ ਜੀ ਨੇ ਇਹ ਵੀ ਬਚਨ ਵਾਰਾਂ ਵਿੱਚ ਕਹਿੰਦੇ ਜਿਹੜਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਮਾਂ ਪਿਓ ਨੂੰ ਨਹੀਂ ਨਾ ਪੁੱਛਦਾ ਤੇ ਉਹ ਕਥਾ ਭਾਵੇਂ ਸੁਣਦਾ, ਕਹਿੰਦੇ ਉਹਨੇ ਕਥਾ ਕਿਸੇ ਅਰਥ ਨਹੀਂ ਉਹਦੀ ਕਥਾ ਸੁਣੀ ਹੋਈ। ਉਹਦੀ ਕਥਾ ਕੀਤੀ ਵੀ ਕਿਸੇ ਅਰਥ ਨਹੀਂ ਤੇ ਉਹਦੀ ਕਥਾ ਸੁਣੀ ਹੋਈ ਵੀ ਕਿਸੇ ਅਰਥ ਨਹੀਂ, ਜਿਸ ਨੇ ਆਪਣੇ ਮਾਂ ਪਿਓ ਨੂੰ ਨਹੀਂ ਪੁੱਛਿਆ। ਤੋ ਇਸੇ ਤਰ੍ਹਾਂ ਬਚਨ ਹੈ ਭਾਈ ਸਾਹਿਬ ਜੀ ਦਾ, ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਕਹਿੰਦੇ ਮਾਂ ਪਿਓ ਨੂੰ ਤਿਆਗ ਦਿੱਤਾ, ਮਾਂ ਪਿਓ ਦੇ ਦੁੱਖ ਸੁੱਖ ਨੂੰ ਨਹੀਂ ਪੁੱਛਦਾ, ਮਾਂ ਪਿਓ ਨੂੰ ਤਿਆਗ ਕੇ ਝਿੜਕ ਕੇ ਪਰਾਂ ਕਰ ਦਿੰਦਾ ਹੈ ਤੇ ਕਹਿੰਦਾ ਮੈਂ ਕਥਾ ਸੁਣਨ ਚੱਲਿਆ। ਕਹਿੰਦੇ ਇਹਨੇ ਕਥਾ ਦੇ ਸਾਰ ਨੂੰ ਸਮਝਿਆ ਹੀ ਨਹੀਂ। ਮਾਂ ਪਿਓ ਨੂੰ ਵੀ ਤੀਰਥ ਆਖਿਆ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ। ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਤੇ ਗੁਰਬਾਣੀ ਵਿੱਚ ਵੀ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ, ਉਹ ਕਹਿੰਦੇ ਜਿਉਂਦੇ ਆ ਬਜ਼ੁਰਗਾਂ ਨੂੰ ਪੁੱਛਦਾ ਕੋਈ ਨਹੀਂ, ਮਰਿਆ ਪਿਛੋਂ ਸਰਾਧ ਕਰਵਾਈ ਜਾਂਦਾ। ਭਗਤ ਕਬੀਰ ਸਾਹਿਬ ਦਾ ਬਚਨ ਪੜ੍ਹਦੇ ਨਾ ਆਪਾਂ, ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ। ਪਿਤਰ ਨਾਮ ਬਜ਼ੁਰਗਾਂ ਦਾ, ਇਹਦਾ ਭਾਵ ਇਹ ਨਹੀਂ ਵੀ ਸਾਰੇ ਨਹੀਂ ਗੇ ਮੰਨਦੇ। ਕਈ ਐਸੇ ਵੀ ਆ ਉਹ ਆਪ ਰੋਟੀ ਪਾਣੀ ਬਾਅਦ ਚ ਛਕਦੇ, ਕਹਿੰਦੇ ਪਹਿਲੋਂ ਬਜ਼ੁਰਗਾਂ ਨੂੰ ਛਕਾਉਣਾ। ਕਈਆਂ ਘਰਾਂ ਵਿੱਚ ਐਸਾ ਵੀ ਆ, ਉਹ ਕਹਿੰਦੇ ਪਹਿਲੋਂ ਮਾਤਾ ਨੂੰ ਪਹਿਲਾਂ ਪਿਤਾ ਨੂੰ ਛਕਾਉਣਾ, ਆਪਾਂ ਬਾਅਦ ਚ ਛਕਾਂਗੇ। ਐਸੇ ਵੀ ਭਾਗਾਂ ਵਾਲੇ ਹੈਗੇ ਆ। ਤੋ ਇਸ ਕਰਕੇ ਐਸੀ ਸਿੱਖਿਆ ਵੀ ਆ। ਤਾਂ ਇਹ ਮਾਤਾ ਸੁੰਦਰ ਕੌਰ ਜੀ ਵਿਚਾਰ ਰਹੇ ਆ ਵੀ ਇਹ ਜਿਹੜਾ ਪੁੱਤਰ ਵਾਣਾ, ਇਹ ਪਾਲਕ ਪੁੱਤਰ ਅਜੀਤ ਸਿੰਘ, ਵੀ ਇਹਨੇ ਖੋਟਾ ਕਰਮ ਕੀਤਾ, ਇੱਕ ਪੁੱਤਰ ਬਣ ਗਿਆ। ਤੇ ਕਲਗੀਧਰ ਪਾਤਸ਼ਾਹ ਨੇ ਤਾਂ ਪਹਿਲਾਂ ਹੀ ਬਚਨ ਕੀਤਾ ਸੀ, ਆਖਿਆ ਸੀ ਸੁੰਦਰ ਕੌਰ ਤੇਰਾ ਪੁੱਤਰ ਅਜੀਤ ਸਿੰਘ ਅਮਰ ਹੋ ਗਿਆ, ਸੱਚਖੰਡ ਚਲੇ ਗਿਆ ਸ਼ਹੀਦੀ ਪਾ ਕੇ, ਤੂੰ ਹੁਣ ਪੁੱਤਰਾਂ ਦਾ ਮੋਹ ਨਾ ਕਰ। ਤੇ ਖਹਿੜਾ ਕਰਕੇ ਇਹ ਪੁੱਤਰ ਲਿਆ ਸੀ ਇੱਕ ਸਿੱਖ ਦਾ, ਫਿਰ ਪਾਲਿਆ ਸੀ ਉਸ ਨੂੰ। ਮਹਾਰਾਜ ਨੇ ਕਹਿ ਦਿੱਤਾ ਸੀ ਇਹਨੇ ਤੰਗ ਕਰਨਾ, ਤੈਨੂੰ ਦੁਖੀ ਕਰੇਗਾ। ਉਹ ਬਚਨ ਪੂਰਾ ਹੋਇਆ ਸੀ। ਮਹਾਰਾਜ ਜਾਣਦੇ ਸੀ ਵੀ ਇਹਨੇ ਆਹ ਕੁਝ ਆ ਚੰਦ ਚਾੜਨਾ। ਇਸ ਕਰਕੇ ਮਾਤਾ ਜੀ ਹੁਣ ਵਿਚਾਰ ਰਹੇ ਆ ਵੀ ਚਿੰਤਾ ਤੇ ਮਾਂ ਨੂੰ ਹੁੰਦੀ ਹੈ ਨਾ, ਜਿਸ ਨੇ ਬਚਪਨ ਤੋਂ ਲੈ ਕੇ ਪਾਲਿਆ, ਜਵਾਨ ਕੀਤਾ, ਵਿਆਹਿਆ, ਤੇ ਜਿਸ ਨੇ ਫਿਰ ਸਿੱਖੀ ਤਿਆਗ ਦਿੱਤੀ ਤੇ ਹੁਣ ਉਹਦੇ ਘਰ ਨੂੰ ਘੇਰਾ ਪਾ ਕੇ ਫੌਜ ਬੈਠੀ ਹੈ ਤੇ ਗੋਲੀਆਂ ਚੱਲ ਰਹੀਆਂ। ਉਹ ਪਾਲਕ ਪੁੱਤਰ ਅੰਦਰੋਂ ਗੋਲੀਆਂ ਚਲਾ ਰਿਹਾ, ਉਹਦੇ ਸਾਥੀ ਅੰਦਰੋਂ ਚਲਾ ਰਹੇ ਆ, ਬਾਹਰੋਂ ਫੌਜਾਂ ਫਰਕਸੀਅਰ ਦੀਆਂ ਚਲਾ ਰਹੀਆਂ ਗੋਲੀਆਂ। ਤੇ ਚਿੰਤਾ ਤੇ ਮਾਂ ਨੂੰ ਹੁੰਦੀ ਹੈ ਨਾ, ਭਾਵੇਂ ਪੁੱਤਰ ਮਾੜਾ ਹੀ ਨਿਕਲ ਆਵੇ ਫਿਰ ਵੀ ਮਾਂ ਪਿਓ ਦੀ ਤਾਂ ਚਿੰਤਾ ਹੁੰਦੀ ਹੈ ਨਾ। ਪੁੱਤਰ ਭਾਵੇਂ ਸਿੱਖੀ ਨਾ ਧਾਰਨ ਕਰੇ, ਪਰ ਜਿਹਨੂੰ ਪਾਲਿਆ, ਜਿਹਨੂੰ ਇਕਰਾ ਪੁੱਤ ਬਣਾ ਲਿਆ, ਭਾਵੇਂ ਉਹਨੂੰ ਤਿਆਗ ਵੀ ਦਿੱਤਾ, ਕਈ ਮਾਪੇ ਤਿਆਗ ਹੀ ਦਿੰਦੇ ਆ, ਬੇਦਖਲ ਕਰ ਦਿੰਦੇ ਆ, ਪਰ ਅੰਦਰ ਤਾਂ ਫਿਰ ਵੀ ਚਿੰਤਾ ਬਣੀ ਰਹਿੰਦੀ ਹੈ ਨਾ। ਤਿਆਗ ਦੇ ਵੀ ਤਾਂ ਦੁਖੀ ਹੋ ਕੇ ਹੀ ਆ ਨਾ ਵੀ ਸੁਧਰ ਜਾਵੇ। ਉਹਦੇ ਪਿੱਛੇ ਵੀ ਮਨਸਾ ਇਹੀ ਹੁੰਦੀ ਹੈ ਵੀ ਸੁਧਰ ਜਾਵੇ, ਤਿਆਗਿਆ ਹੀ ਸੁਧਰ ਜਾਵੇ। ਇਹ ਨਸ਼ਿਆਂ ਵਿੱਚ ਲੱਗ ਗਿਆ, ਇਹ ਚਿੱਟਾ ਪੀਣ ਲੱਗ ਪਿਆ, ਇਹ ਕਾਲਾ ਪੀਣ ਲੱਗ ਪਿਆ, ਹੁਣ ਮੈਂ ਤੈਨੂੰ ਜ਼ਮੀਨ ਜਾਇਦਾਦ ਤੋਂ ਬੇਦਖਲ ਹੀ ਕਰ ਦੇਣਾ, ਤਿਆਗ ਹੀ ਦੇਣਾ। ਇਹ ਤਿਆਗਿਆ ਹੀ ਸੁਧਰ ਜਾਵੇ ਸ਼ਾਇਦ। ਫਿਰ ਵੀ ਅੰਦਰੋਂ ਤਾਂ ਐਸੀ ਚਿੰਤਾ ਬਣੀ ਰਹਿੰਦੀ ਹੈ ਨਾ ਵੀ ਮੇਰਾ ਪੁੱਤ ਹੈ। ਤਾਂ ਮਾਤਾ ਜੀ ਅੰਦਰ ਵਿਚਾਰ ਕਰਦੇ ਆ ਵੀ ਇਹ ਪੁੱਤਰ ਖੋਟਾ ਪੁੱਤਰ ਬਣ ਗਿਆ, ਭੈੜਾ ਪੁੱਤਰ ਬਣ ਗਿਆ, ਕਿਉਂਕਿ ਇਹਨੇ ਖੋਟਾ ਕਰਮ ਕੀਤਾ। ਕੁਛ ਬਸ ਚੱਲੇ ਨਾ ਆਪਣੋ ਜਾਣਾ। ਹਾਂ, ਕੁਝ ਵਸ ਨਹੀਂ ਚੱਲਦਾ। ਜਿਸ ਨੂੰ ਆਪਣਾ ਜਾਣਿਆ ਸੀ, ਆਪਣਾ ਬਣਾਇਆ ਸੀ, ਪਰ ਉਹ ਆਪਣਾ ਬਣਿਆ ਨਾ। ਦੀਨ ਮਨਾ ਦੁੱਖ ਲੈ ਕੇ ਮਹਾਨਾ। ਮਾਤਾ ਜੀ ਦੀਨ ਮਨ ਹੋਏ ਆ, ਮਨ ਕਰਕੇ ਅੰਦਰੋਂ ਦੁਖੀ ਆ, ਬਹੁਤ ਵੱਡਾ ਦੁੱਖ ਲੈ ਰਹੇ ਹਨ ਵੀ ਜਿਸ ਨੂੰ ਆਪਣਾ ਬਣਾਇਆ ਸੀ ਉਹ ਆਪਣਾ ਨਾ ਬਣਿਆ। ਪਛਤਾਵਤ ਸਭ ਦਿਸ਼ਾ ਬਤਾਈ। ਮਾਤਾ ਜੀ ਨੇ ਪਛਤਾਪ ਕਰਦਿਆਂ ਸਾਰੀ ਰਾਤ ਬਤੀਤ ਕੀਤੀ। ਸੰਗਤ ਮਿਲੀ ਖਾਨ ਸਮੁਦਾਈ। ਬਹੁਤੀ ਸੰਗਤ ਆ ਕਰਕੇ ਮਿਲੀ ਹੈ ਮਾਤਾ ਜੀ ਨੂੰ।
ਮਸਤਕ ਟੇਕ ਮਾਤ ਸੋ ਕਹਿਓ। ਧੰਨ ਮਾਤਾ ਸੁੰਦਰ ਕੌਰ ਜੀ ਜਿਨ੍ਹਾਂ ਨੇ ਵੱਖਰਾ ਸੀ ਜਿਨ੍ਹਾਂ ਦਾ ਘਰ, ਕਿਉਂਕਿ ਜਦੋਂ ਤੋਂ ਇਹ ਪਾਲਕ ਪੁੱਤਰ ਅਜੀਤ ਸਿੰਘ ਨੂੰ ਤਿਆਗ ਦਿੱਤਾ ਸੀ ਤੇ ਦਿੱਲੀ ਦੀਆਂ ਸੰਗਤਾਂ ਨੇ 2000 ਰੁਪਈਆ ਖਰਚ ਕੇ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ ਮਾਤਾ ਜੀ ਨੂੰ ਨਵਾਂ ਘਰ ਬਣਾ ਕੇ ਦਿੱਤਾ ਸੀ। ਇਹ ਪਾਲਕ ਪੁੱਤਰ ਦਾ ਘਰ ਦਿੱਲੀ ਤੋਂ ਬਾਹਰ ਸੀ। ਮਾਤਾ ਜੀ ਦੇ ਪਾਸ ਸੰਗਤ ਬਹੁਤੀ ਆਈ ਹੈ ਤੇ ਮਾਤਾ ਜੀ ਨੂੰ ਨਮਸਕਾਰ ਕੀਤੀ ਹੈ। ਹਮਹੋ ਸ਼ਾਹੋ ਤੇ ਡਰ ਬਹੁ ਲਿਓ। ਆਖਿਆ ਮਾਤਾ ਜੀ ਅਸੀਂ ਬਾਦਸ਼ਾਹ ਦੇ ਪਾਸੋਂ ਬਹੁਤਾ ਡਰ ਧਾਰਨ ਕੀਤਾ ਹੈ, ਸਾਨੂੰ ਬਹੁਤ ਡਰ ਲੱਗਦਾ ਹੈ। ਕਹਾ ਤੋ ਕਰਮ ਕੀਨ ਸੁਖਾਨਾ। ਇਸ ਪਾਲਕ ਪੁੱਤਰ ਅਜੀਤ ਸਿੰਘ ਨੇ ਕਿੱਡਾ ਖੋਟਾ ਕਰਮ ਕੀਤਾ ਹੈ, ਆਪਣਾ ਸੁਖ ਨਾਸ ਕਰ ਲਿਆ। ਤੁਮਰੋ ਸਰਾਪ ਸਾਚ ਹੋਏ ਜਾਨਾ। ਪਰ ਮਾਤਾ ਜੀ ਅਸੀਂ ਜਾਣਿਆ ਵੀ ਜਿਹੜਾ ਤੁਸੀਂ ਬਚਨ ਕਰ ਦਿੱਤਾ ਸੀ ਨਾ, ਜਦੋਂ ਇਸ ਤੁਹਾਡੇ ਪਾਲਕ ਪੁੱਤਰ ਅਜੀਤ ਸਿੰਘ ਨੇ ਸਿੱਖੀ ਤਿਆਗ ਦਿੱਤੀ ਸੀ, ਕੇਸਾਂ ਦੀ ਬੇਅਦਬੀ ਕਰ ਦਿੱਤੀ ਤੇ ਤੁਸੀਂ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਇਸ ਨੂੰ ਅਸੀਂ ਆਪਣੇ ਮੱਥੇ ਨਹੀਂ ਲਾਉਣਾ, ਨਾ ਦਰਸ਼ਨ ਦੇਣੇ, ਨਾ ਇਹਨੂੰ ਆਪਣੇ ਮੱਥੇ ਲਾਉਣਾ, ਤੇ ਇਹ ਜਵਾਨੀ ਦੇ ਵਿੱਚ ਹੀ ਖੋਟੀ ਮੌਤੇ ਮਰੇਗਾ। ਇਹ ਜਿਹੜਾ ਬਚਨ ਤੁਸੀਂ ਕਰ ਦਿੱਤਾ ਸੀ, ਅਸੀਂ ਤਾਂ ਇਸ ਤਰ੍ਹਾਂ ਜਾਣਦੇ ਹਾਂ ਤੁਹਾਡਾ ਬਚਨ ਹੀ ਉਹ ਜਿਹੜਾ ਪੂਰਾ ਹੋ ਰਿਹਾ, ਉਹ ਬਚਨ ਹੀ ਤੁਹਾਡਾ ਕੀਤਾ ਹੋਇਆ ਇਸ ਵਾਸਤੇ ਸਰਾਪ ਰੂਪੀ ਬਣ ਗਿਆ। ਪ੍ਰਥਮ ਪਿਥਕ ਬੈਠੇ ਇਸ ਥਾਨ। ਹਾਂ, ਪਹਿਲਾਂ ਮਾਤਾ ਜੀ ਤੁਸੀਂ ਵੱਖਰੇ ਇਸ ਥਾਂ ਤੇ ਆ ਕਰਕੇ ਬੈਠੇ ਹੋ। ਕਹਾ ਚਿੰਤ ਕਹਿਓ ਸੋਚਨ ਠਾਨ। ਨਾਲੇ ਮਾਤਾ ਜੀ ਤੁਸੀਂ ਤਾਂ ਇਸ ਨੂੰ ਤਿਆਗ ਹੀ ਦਿੱਤਾ, ਤੁਸੀਂ ਤਿਆਗ ਦਿੱਤਾ, ਤੁਸੀਂ ਪਹਿਲਾਂ ਹੀ ਆਪਣਾ ਵੱਖਰਾ ਘਰ ਬਣਾ ਕੇ ਵੱਖਰੇ ਥਾਂ ਤੇ ਆ ਕੇ ਬੈਠੇ ਹੋ। ਹੁਣ ਮਾਤਾ ਜੀ ਤੁਸੀਂ ਕਿਉਂ ਚਿੰਤਾ ਕਰਦੇ ਹੋ, ਕਿਉਂ ਸੋਚਾਂ ਕਰਦੇ ਹੋ? ਇਤਿਆਦਕ ਦੇ ਧੀਰਜ ਗਏ। ਇਸ ਤਰ੍ਹਾਂ ਸੰਗਤਾਂ ਇਕੱਠੀਆਂ ਹੋ ਕਰਕੇ ਧੰਨ ਮਾਤਾ ਸੁੰਦਰ ਕੌਰ ਜੀ ਨੂੰ ਬੇਨਤੀਆਂ ਕਰਕੇ ਇਸ ਤੋਂ ਆਦਿਕ ਧੀਰਜ ਦੇ ਕਰਕੇ ਸਾਰੇ ਸਿੱਖ ਗਏ। ਤਉ ਮਹਾਦੁਖ ਚਿਤ ਉਪਜਏ। ਪਰ ਫਿਰ ਵੀ ਮਾਤਾ ਜੀ ਦੇ ਚਿੱਤ ਦੇ ਵਿੱਚ ਬਹੁਤ ਵੱਡਾ ਦੁੱਖ ਜਿਹੜਾ ਉਹ ਪੈਦਾ ਹੋਇਆ ਹੈ ਕਿ ਭਾਵੇਂ ਇਸ ਨੂੰ ਤਿਆਗ ਦਿੱਤਾ ਪਰ ਫਿਰ ਵੀ ਆਪਣਾ ਬਣਾਇਆ ਸੀ, ਇੱਕ ਵਾਰੀ ਪਾਲਿਆ ਸੀ ਇਸ ਨੂੰ ਆਪਣੇ ਘਰ, ਇਹਨੂੰ ਆਪਣਾ ਬਣਾ ਕਰਕੇ ਇਹ ਚਿੱਤ ਦੇ ਵਿੱਚ ਦੁੱਖ ਪੈਦਾ ਹੋਇਆ ਹੈ। ਦਰਤ ਅਜੀਤ ਸਿੰਘ ਵਿੱਚ ਘਰ ਕੇ। ਉਧਰਲੇ ਪਾਸੇ ਇਹ ਪਾਲਕ ਪੁੱਤਰ ਅਜੀਤ ਸਿੰਘ ਆਪਣੇ ਘਰ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਤੁਰਕਾਂ ਦੀ ਬਾਦਸ਼ਾਹ ਦੀ ਫੌਜ ਦੇ ਨਾਲ ਲੜਾਈ ਕਰ ਰਿਹਾ ਹੈ। ਬਹਿਰ ਤੁਰਕ ਘੇਰਤ ਫਿਰ ਕੇ। ਬਾਰ-ਬਾਰ ਤੁਰਕਾਂ ਦੀ ਫੌਜ, ਬਾਦਸ਼ਾਹ ਦੀ ਫੌਜ ਚਾਰ ਛਪੇਰੇ ਵਿਚਰ ਕੇ ਘੇਰ ਰਹੀ ਹੈ। ਕੇਤਕ ਗਏ ਮਰ ਬਾਹਰ ਲੜਤੇ। ਇਸ ਤਰ੍ਹਾਂ ਬਾਰ-ਬਾਰ ਨਿਕਲ ਕਰਕੇ ਜਿਹੜੇ ਲੜੇ, ਕੁਝ ਤਾਂ ਬਾਹਰ ਮਾਰੇ ਗਏ ਕੇਤਕ ਸਿੰਘ ਅੰਤਰ ਲੜ ਮਰਤੇ। ਤੇ ਕਿੰਨੇ ਕ ਸਿੰਘ ਜਿਹੜੇ ਆ ਲੜਦੇ ਘਰ ਦੇ ਅੰਦਰ ਚੜ੍ਹਾਈ ਕਰ ਗਏ। ਬਾਸਰ ਸਰਬ ਲੜੇ ਹੱਥ ਗੋਰੀ। ਇਸ ਤਰ੍ਹਾਂ ਕਹਿੰਦੇ ਸਾਰਾ ਦਿਨ ਲੜਾਈ ਕੀਤੀ ਹੈ, ਕਈ ਗੋਲੀਆਂ ਨਾਲ ਮਾਰੇ ਗਏ, ਟੁਕੇ ਨੇਰ ਦੇ ਤਨ ਕੋ ਹੋਰੀ। ਕਈ ਨੇੜੇ ਢੁਕੇ ਆ ਤੇ ਉਹਨਾਂ ਦਾ ਸਰੀਰ ਵੀ ਫੋੜ ਦਿੱਤਾ ਹੈ। ਖੋਦ ਮੋਰਚੇ ਓਟੇ ਕਰਕੇ। ਇਸ ਤਰ੍ਹਾਂ ਕਹਿੰਦੇ ਵੀ ਟੋਏ ਪੁੱਟ ਕੇ ਮੋਰਚੇ ਬਣਾਏ ਹਨ ਤੇ ਕਈ ਓਟ ਆਸਰੇ ਲੈ ਕਰਕੇ ਡਟੇ ਹੋਏ ਹਨ। ਨਿਕਟ ਹੋਤ ਧਰ ਕੇ ਦੁਰ ਕੇ। ਸਿਪਾਹੀ ਲੁਕ ਕੇ ਛਿਪ ਕੇ ਪਾਲਕ ਪੁੱਤਰ ਅਜੀਤ ਸਿੰਘ ਦੇ ਘਰ ਦੇ ਨੇੜੇ ਹੁੰਦੇ ਹਨ। ਦੂਸਰ ਦਿਵਸ ਬਤੀਤਿਓ ਲੜਦੇ। ਦੂਸਰਾ ਦਿਨ ਵੀ ਬੀਤ ਗਿਆ ਲੜਦਿਆਂ ਫਿਰਤ ਘਿਰਤ ਜਨ ਮਾਰਤ ਮਰਤੇ। ਇਸ ਤਰ੍ਹਾਂ ਫਿਰਦੇ ਆ, ਤੁਰਕਾਂ ਦੀ ਫੌਜ ਘੇਰਦੀ ਹੋਈ, ਲੜਦੇ ਬਹੁਤੇ ਮਾਰੇ ਗਏ, ਬਹੁਤੇ ਮਰਦੇ ਹਨ। ਸੰਧਿਆ ਭਈ ਨਿਮਰ ਗਨ ਛਾਇਓ। ਸੰਧਿਆ ਹੋ ਗਈ, ਫਿਰ ਹਨੇਰਾ ਛਾ ਗਿਆ। ਜਾਣਿਓ ਸਿੰਘਨ ਮਰਨੋ ਆਇਓ। ਤੇ ਸਿੰਘਾਂ ਨੇ ਵੀ ਜਾਣਿਆ, ਜਿਹੜੇ ਪਾਲਕ ਪੁੱਤਰ ਅਜੀਤ ਸਿੰਘ ਦੇ ਸਾਥੀ ਸੀ, ਵੀ ਹੁਣ ਤੇ ਸਿਰ ਦੇ ਉੱਤੇ ਮਰਨਾ ਆ ਗਿਆ, ਮੌਤ ਆ ਗਈ ਹੈ। ਜਸਕਰ ਕਹਾ ਦੀਹ ਬਾਦਸ਼ਾਹੀ। ਕਿਉਂਕਿ ਇਹ ਬਾਦਸ਼ਾਹ ਦੀ ਫੌਜ ਤਾਂ ਬਹੁਤ ਵੱਡੀ ਗਿਣਤੀ ਵਿੱਚ ਹੈ, ਬਹੁਤ ਵੱਡਾ ਲਸ਼ਕਰ ਹੈ। ਕਹਾ ਸਿੰਘ ਹਮ ਪੁਨਪੁਰ ਬਾਹੀ। ਤੇ ਅਸੀਂ ਸਿੰਘ ਥੋੜੇ ਜੇ ਗਿਣਤੀ ਦੇ ਹਾਂ ਇੱਥੇ ਸ਼ਹਿਰ ਦੇ ਵਿੱਚ, ਤੇ ਬਾਦਸ਼ਾਹ ਦੀ ਫੌਜ ਤਾਂ ਬਹੁਤ ਜ਼ਿਆਦਾ ਹੈ। ਜੇ ਤੱਕ ਹਮ ਤੇ ਜੈ ਕਹਿ ਮਾਰੇ। ਜਿੰਨੇ ਕੁ ਸਾਡੇ ਤੋਂ ਇਹ ਮਾਰੇ ਜਾਣਗੇ,
ਬਾਦਸ਼ਾਹ ਦੀ ਫੌਜ ਮਾਰੀ ਜਾਵੇਗੀ। ਹਥਿਆਰਨ ਤੇ ਕਰਹਿ ਪ੍ਰਹਾਰੇ। ਹਾਂ, ਉਹਨਾਂ ਚਿਰ ਜਿੰਨੇ ਕ ਆਪਾਂ ਮਾਰ ਸਕਾਂਗੇ ਹਥਿਆਰਾਂ ਦੇ ਨਾਲ ਮਾਰਾਂਗੇ। ਉਨ ਮਾਰ ਰਹੇ ਨਾ ਹੋਏ ਕੁਛ ਫੇਰ। ਤੇ ਜਿੰਨੇ ਕ ਆਪਾਂ ਮਾਰ ਸਕਾਂਗੇ ਉਹਨੇ ਮਾਰ ਸਕਾਂਗੇ, ਪਰ ਸਾਰੀ ਫੌਜ ਨਹੀਂ ਆਪਣੇ ਤੋਂ ਮਾਰੀ ਜਾਣੀ। ਇਸ ਤਰ੍ਹਾਂ ਸਲਾਹ ਕਰਦੇ ਆਪਸ ਵਿੱਚ ਤੇ ਕਹਿੰਦੇ ਫੇਰ ਆਪਾਂ ਕੀ ਕਰਾਂਗੇ? ਉਨ ਮਰ ਰਹੇ ਨਾ ਹੋਏ ਕੁਛ ਫੇਰ। ਫਿਰ ਕਹਿੰਦੇ ਆਪਾਂ ਵੀ ਮਰ ਜਾਵਾਂਗੇ ਮਾਰਦੇ ਮਾਰਦੇ। ਸਾਰਿਆਂ ਨੂੰ ਤੇ ਮਾਰ ਨਹੀਂ ਸਕਾਂਗੇ, ਠੀਕ ਆ, ਮਾਰ ਦੇਵਾਂਗੇ ਬਹੁਤਿਆਂ ਨੂੰ, ਪਰ ਮਾਰਦੇ ਹੋਏ ਫਿਰ ਆਪਾਂ ਮਰ ਜਾਵਾਂਗੇ ਤੇ ਉਸ ਤੋਂ ਬਾਅਦ ਕੀ ਆਪਣੇ ਤੋਂ ਹੋਵੇਗਾ? ਤੁਰਕਨ ਗਨ ਹਮ ਲੀਨੇ ਘੇਰ। ਕਿਉਂਕਿ ਸਾਨੂੰ ਚਾਰ ਚਪੇਰਿਓਂ ਤੁਰਕਾਂ ਦੀ ਬਹੁਤੀ ਫੌਜ ਨੇ ਘੇਰਾ ਪਾ ਲਿਆ ਇੱਥੇ ਘਰ ਦੇ ਵਿੱਚ। ਆਪਾਂ ਸਾਰੀ ਫੌਜ ਨੂੰ ਮਾਰ ਕੇ ਇੱਥੋਂ ਨਿਕਲ ਨਹੀਂ ਸਕਦੇ, ਆਪਾਂ ਵਿੱਚੇ ਹੀ ਹੁਣ ਘੇਰੇ ਦੇ ਮਾਰਦੇ ਮਾਰਦੇ ਮਰ ਜਾਵਾਂਗੇ। ਹੱਸ ਹੱਥ ਕਰਕੇ ਕਰੇ ਜੁਝਾਰੇ। ਇਸ ਤਰ੍ਹਾਂ ਕਹਿੰਦੇ ਹੱਠ ਕਰਕੇ ਬਹੁਤ ਜੂਝੇ ਹਨ, ਭਿੜੇ ਹਨ। ਪਰਹੇ ਸ਼ੇਰ ਸਭ ਮੁਖ ਪਬਕਾਰੇ। ਤੇ ਸ਼ੇਰ ਦੇ ਬਰਾਬਰ ਭਬਕ ਲੈ ਲੈ ਕੇ ਪੈਂਦੇ ਹਨ ਤੁਰਕਾਂ ਦੀ ਫੌਜ ਨੂੰ। ਤੁਰਕ ਤੁਪਕ ਗਹਿ ਕਹੁਦੇ ਸਤੂਕੇ। ਚਾਰ ਛਪੇਰੇ ਤੋਂ ਤੁਰਕਾਂ ਦੀ ਫੌਜ ਵੀ ਬੰਦੂਕਾਂ ਲੈ ਲੈ ਕੇ ਨੇੜੇ ਢੁੱਕ ਆਈ ਹੈ। ਪਾਵਤ ਨੇਰ ਮਾਰ ਕਹਿ ਕੂਕੇ। ਹਾਂ, ਨੇੜਾ ਪਾ ਰਹੇ ਆ, ਭਾਵ ਨੇੜੇ ਹੋ ਰਹੇ ਆ ਤੇ ਮੁੱਖ ਤੋਂ ਮਾਰ ਲੋ ਬੋਲ ਰਹੇ, ਕੂਕ ਰਹੇ ਹਨ। ਸਿੰਘ ਨਿਕਸ ਕਹਿ ਖੜਕ ਪ੍ਰਹਾਰੇ। ਤੇ ਸਿੰਘ ਅੰਦਰੋਂ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਖੜਗਾਂ ਦੇ ਨਾਲ ਪ੍ਰਹਾਰ ਕਰਦੇ, ਤਲਵਾਰਾਂ ਦਾ ਵਾਰ ਕਰਦੇ। ਉਤੇ ਨਿਕਟ ਸੇ ਕੱਟ ਕੱਟ ਡਾਰੇ। ਜਿਹੜੇ ਸਿਪਾਹੀ ਨੇੜੇ ਸੀ ਉਹਨਾਂ ਨੂੰ ਤਲਵਾਰਾਂ ਨਾਲ ਕੱਟ ਕੇ ਸੁੱਟ ਦਿੱਤਾ, ਵੱਟ ਕੇ ਸੁੱਟ ਦਿੱਤਾ। ਪਹਿਲੀ ਰਾਤ ਮਜਿਓ ਕਮਸਾਨਾ। ਇਸ ਤਰ੍ਹਾਂ ਕਹਿੰਦੇ ਜਿਵੇਂ ਪਹਿਲੀ ਰਾਤ ਯੁੱਧ ਹੋਇਆ ਸੀ, ਦੂਜੀ ਰਾਤ ਵੀ ਉਸੇ ਤਰ੍ਹਾਂ ਘਮਸਾਣ ਦਾ ਯੁੱਧ ਮੱਚਿਆ। ਲੋਤ ਪੋਥਣ ਹੱਥ ਭੈ ਪ੍ਰਾਨਾ। ਜਿਨ੍ਹਾਂ ਦੇ ਪ੍ਰਾਣ ਨਾਸ ਹੋ ਗਏ ਉਹਨਾਂ ਦੇ ਲੋਥਾਂ ਦੇ ਪੋਥਨਾ ਕਹੀਏ ਢੇਰ ਲੱਗ ਗਏ। ਲੋਥ ਪੋਥਨਾ, ਲੋਥ ਤੇ ਲੋਥ ਚੜ ਗਈ। ਨਿਜ ਨਿਜ ਥਾਨ ਸਿਰੇ ਹੋਏ ਠਾਂਡੇ। ਆਪੋ ਆਪਣੇ ਥਾਂ ਤੇ ਟਿਕ ਕੇ ਖਲੋਤੇ ਹਨ। ਠਾਡੇ, ਇਹ ਠਾਡੇ ਨਾਮ ਖਲੋਣ ਦਾ ਹੁੰਦਾ ਤੇ ਠਾਂਡੇ ਨਾਮ ਠੰਡੇ ਦਾ ਹੁੰਦਾ। ਸੋ ਨੇੜੇ ਹੋ ਕੇ ਖਲੋਤੇ ਹਨ। ਆਯੁਧ ਲਏ ਰਤਨ ਰਿਪ ਗਾਡੇ। ਤਾਂ ਇਸ ਤਰ੍ਹਾਂ ਕਹਿੰਦੇ ਵੀ ਆਯੁਧ ਨਾਮ ਹਥਿਆਰਾਂ ਦਾ ਹੈ। ਆਯੁਧ ਗਹੇ ਸ਼ਸਤਰ ਹਥਿਆਰ ਫੜ ਕੇ ਨਾ ਹਤਨ ਰਿਪ ਗਾਡੇ, ਦੁਸ਼ਮਣਾਂ ਨੂੰ ਹਤਨ ਨਾਸ ਕਰਨ ਵਾਸਤੇ ਗਾਡੇ ਕਰੜੇ ਹੋ ਰਹੇ ਹਨ। ਤੀਨ ਪਹਿਰ ਇਮ ਰਾਤ ਬਿਤਾਈ। ਇਸ ਤਰ੍ਹਾਂ ਜੰਗ ਯੁੱਧ ਕਰਦਿਆਂ 3 ਪਹਿਰ ਦੀ ਜਿਹੜੀ ਰਾਤ ਬੀਤ ਗਈ, ਭਾਵ 4 ਪਹਿਰ ਦੀ ਰਾਤ ਹੁੰਦੀ ਹੈ ਤੇ 3 ਪਹਿਰ ਬੀਤ ਗਏ ਰਾਤ ਦੇ, 1 ਪਹਿਰ ਰਹਿ ਗਿਆ ਬਾਕੀ। ਚੇਤਕ ਮਰੇ ਪਟ ਕਹੇ ਤੁ ਚਤਾਈ। ਕਿੰਨੇ ਕੁ ਸੂਰਮੇ ਜੰਗ ਕਰਦਿਆਂ ਦੋਹਾਂ ਪਾਸੇ ਦੇ ਮਾਰੇ ਗਏ ਤੇ ਕਈ ਬਾਕੀ ਜਿਹੜੇ ਬਚੇ ਉਹ ਦੁਚਿੱਤੀ ਦੇ ਵਿੱਚ ਹਨ। ਦੋਹਰਾ ਚਿਤ ਅਜੀਤ ਸਿੰਘ ਦੁਖ ਲਹਿਓ ਲਖਿਓ ਮਰਨ ਬਨੇ ਆਏ। ਹੁਣ ਕਹਿੰਦੇ ਪਾਲਕ ਪੁੱਤਰ ਅਜੀਤ ਸਿੰਘ ਨੇ ਆਪਣੇ ਚਿੱਤ ਦੇ ਵਿੱਚ ਬਹੁਤ ਦੁੱਖ ਪ੍ਰਾਪਤ ਕੀਤਾ, ਦੁੱਖ ਲਿਆ ਹੈ ਤੇ ਜਾਣਿਆ ਹੈ, ਸਮਝਿਆ ਹੈ ਕਿ ਹੁਣ ਤਾਂ ਮਰਨਾ ਸਿਰ ਤੇ ਆ ਗਿਆ ਹੈ, ਮਰਨਾ ਬਣ ਗਿਆ ਹੈ। ਕਿਮ ਬਚ ਰੋ ਅਬ ਸਹੁ ਤੇ ਘੇਰੋ ਪਰਿਓ ਜੋ ਆਏ। ਤੇ ਹੁਣ ਕਿਸ ਤਰੀਕੇ ਦੇ ਨਾਲ ਮੈਂ ਬਾਦਸ਼ਾਹ ਦੀ ਫੌਜ ਦੇ ਪਾਸੋਂ ਬਚ ਸਕਦਾ ਹਾਂ, ਕਿਉਂਕਿ ਬਾਦਸ਼ਾਹ ਦੀ ਫੌਜ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ 4 ਚਪੇਰੇ ਘਰ ਨੂੰ ਆ ਕੇ ਘੇਰਾ ਪਾ ਲਿਆ ਹੈ। ਜਾਓ ਪਈ ਨਿਜ ਇਸਤਰੀ ਅਰ ਪੁੱਤਰ ਨਿਹਾਰਾ। ਆਪਣੇ ਘਰ ਵਾਲੇ ਤੇ ਆਪਣੇ ਪੁੱਤਰ ਨੂੰ ਉਸ ਮੌਕੇ ਤੇ ਵੇਖਿਆ ਹੈ ਅਜੀਤ ਸਿੰਘ ਨੇ। ਇਹ ਜੋ ਮਾਤਾ ਸੁੰਦਰ ਕੌਰ ਜੀ ਦੇ ਪਾਲਕ ਪੁੱਤਰ ਸੀ ਨਾ ਅਜੀਤ ਸਿੰਘ, ਇਹਨਾਂ ਦਾ ਵਿਆਹ ਕਰ ਦਿੱਤਾ ਸੀ ਮਾਤਾ ਜੀ ਨੇ ਤੇ ਫਿਰ ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਵੀ ਪੈਦਾ ਹੋਇਆ ਸੀ, ਹੱਠੀ ਸਿੰਘ ਉਸ ਦਾ ਨਾਮ ਸੀ। ਤੋ ਇਸ ਤਰ੍ਹਾਂ ਆਪਣੇ ਘਰ ਵਾਲੀ ਨੂੰ ਤੇ ਆਪਣੇ ਪੁੱਤਰ ਨੂੰ ਵੇਖਿਆ ਆਪਣੇ ਸਾਹਮਣੇ ਜਿਸ ਵੇਲੇ, ਇਨਹੋ ਸੰਗ ਹੋਏ ਨਿਕਟ ਉਚਾਰਾ। ਉਹਨਾਂ ਦੇ ਨੇੜੇ ਹੋ ਕਰਕੇ ਇਹ ਅਜੀਤ ਸਿੰਘ ਨੇ ਆਖਿਆ ਆਪਣੇ ਘਰ ਵਾਲੀ ਨੂੰ ਤੇ ਆਪਣੇ ਪੁੱਤਰ ਨੂੰ ਫਟੇ ਮਲੀਨ ਧਾਰ ਕਾ ਚੀਰ। ਕਿ ਤੁਸੀਂ ਹੁਣ ਇੱਥੋਂ ਘਰ ਵਿੱਚੋਂ ਨਿਕਲ ਜਾਓ, ਮੈਂ ਤਾਂ ਨਿਕਲ ਨਹੀਂ ਸਕਦਾ, ਮੇਰਾ ਬਚਣਾ ਤੇ ਹੁਣ ਮੁਸ਼ਕਲ ਹੈ। ਤੁਸੀਂ ਇੱਥੋਂ ਘਰ ਵਿੱਚੋਂ ਫੌਜ ਦੇ ਘੇਰੇ ਵਿੱਚੋਂ ਨਿਕਲ ਜਾਓ, ਫਟੇ ਪੁਰਾਣੇ ਕੱਪੜੇ ਪਾ ਲਓ, ਫਟੇ ਮਲੀਨ ਜਿਹੜੇ ਮੈਲੇ ਆ, ਫਟੇ ਹੋਏ ਆ ਮੈਲੇ ਕੱਪੜੇ ਆਪਣੇ ਸਰੀਰ ਦੇ ਉੱਤੇ ਤੁਸੀਂ ਧਾਰਨ ਕਰ ਲਵੋ। ਤਿਨ ਤੇ ਲਿਹੋ ਅਸ਼ਾਦ ਸਰੀਰ। ਹਾਂ, ਐਸੇ ਕੱਪੜਿਆਂ ਦੇ ਨਾਲ ਜਿਹੜੇ ਮੈਲੇ ਹੋਣ ਤੇ ਫਟੇ ਹੋਣ
ਉਹਨਾਂ ਦੇ ਨਾਲ ਆਪਣਾ ਸਰੀਰ ਤੁਸੀਂ ਕੱਜ ਲਵੋ। ਨਿਕਸ ਜਾਓ ਮਾਤਾ ਕੇ ਪਾਸ। ਤੁਸੀਂ ਇਸ ਘਰ ਵਿੱਚੋਂ ਨਿਕਲ ਕੇ, ਫੌਜ ਦੇ ਵਿੱਚੋਂ ਨਿਕਲ ਕਰਕੇ ਰਾਤ ਦੇ ਹਨੇਰੇ ਵਿੱਚ, ਕਿਉਂਕਿ 3 ਪਹਿਰ ਜਿਹੜੀ ਰਾਤ ਉਹ ਗੁਜ਼ਰ ਚੁੱਕੀ ਸੀ, 1 ਪਹਿਰ ਰਹਿੰਦੀ, ਭਾਵ ਅੰਮ੍ਰਿਤ ਵੇਲੇ 3 ਵਜੇ ਦਾ ਸਮਾਂ ਸੀ। ਉਸ ਮੌਕੇ ਤੇ ਆਖਿਆ, ਇਹ ਪਾਲਕ ਪੁੱਤਰ ਅਜੀਤ ਸਿੰਘ ਨੇ ਆਪਣੇ ਘਰ ਵਾਲੀ ਨੂੰ ਤੇ ਆਪਣੇ ਪੁੱਤਰ ਨੂੰ, ਇਹ ਤੁਸੀਂ ਪੁਰਾਣੇ ਫਟੇ ਪੁਰਾਣੇ ਕੱਪੜੇ ਪਾ ਕੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਕੱਜ ਕੇ ਤੁਸੀਂ ਇੱਥੋਂ ਨਿਕਲ ਕੇ ਤੇ ਮਾਤਾ ਜੀ ਦੇ ਕੋਲੇ ਚਲੇ ਜਾਓ। ਮਾਤਾ ਜੀ ਬਚਾ ਸਕਦੇ ਆ ਤੁਹਾਨੂੰ, ਇਸ ਮੌਕੇ ਤੇ ਹੋਰ ਕੋਈ ਨਹੀਂ ਰਾਖੀ ਕਰੇਗਾ। ਤਹਿ ਦੁਰ ਰਹੀ ਹੈ ਬੀਚ ਆਵਾਸ। ਉੱਥੇ ਤੁਸੀਂ ਸ਼ੁਭ ਕਰਕੇ ਮਾਤਾ ਜੀ ਦੇ ਘਰ ਵਿੱਚ ਰਹਿਣਾ ਕਰੋ, ਤਾਂ ਫੌਜ ਤੋਂ ਬਚ ਸਕੋਗੇ। ਬਚਾਵਣ ਏਕ ਤੁਮੇ ਬਚਾਵਣ ਹੇਤੁ ਪਾਏ। ਤੁਹਾਨੂੰ ਬਚਾਉਣ ਦੇ ਵਾਸਤੇ ਜੋ ਯਤਨ ਹੈ, ਮਾਤ ਬਿਨਾ ਤੇ ਹੋਏ ਨ ਕਾਏ। ਮਾਤਾ ਜੀ ਤੋਂ ਬਿਨਾ ਕੋਈ ਯਤਨ ਨਹੀਂ ਹੋ ਸਕਦਾ। ਹੋਰ ਕਿਸੇ ਨੇ ਹੁਣ ਇਸ ਮੌਕੇ ਤੇ ਤੁਹਾਡੀ ਰਾਖੀ ਨਹੀਂ ਕਰਨੀ ਹੈ। ਸੁਨ ਦੋਨੋਂ ਕਿੰਦਰ ਤਨ ਧਾਰੇ। ਉਸ ਵੇਲੇ ਦੋਨਾਂ ਨੇ ਸੁਣ ਕਰਕੇ, ਪਾਲਕ ਪੁੱਤਰ ਅਜੀਤ ਸਿੰਘ ਦੇ ਘਰ ਵਾਲੀ ਨੇ ਤੇ ਉਹਨਾਂ ਦੇ ਪੁੱਤਰ ਨੇ, ਜੋ ਖਿੰਥਰ ਕਹੀਏ ਵੀ ਖਫਣੀ, ਭਾਵ ਫਟੇ ਪੁਰਾਣੇ ਬਸਤਰ ਜਿਹੜੇ ਉਹ ਸਰੀਰ ਉੱਤੇ ਧਾਰਨ ਕਰ ਲਏ, ਚੋਰੀ ਨਿਕਸੇ ਰਹਿਰ ਪਧਾਰੇ। ਤੇ ਚੋਰੀ ਨਿਕਲ ਕਰਕੇ ਫੌਜ ਤੋਂ ਬਚਦਿਆਂ ਹੋਇਆਂ ਤੇ ਬਾਹਰ ਨੂੰ ਚੱਲੇ ਹਨ। ਜਬ ਤੁਰਕਣ ਕੇ ਬੀਜੇ ਆਈ। ਜਦੋਂ ਤੁਰਕਾਂ ਦੀ ਫੌਜ ਦੇ ਵਿੱਚ ਆਈ ਨਾ, ਪਾਲਕ ਪੁੱਤਰ ਅਜੀਤ ਸਿੰਘ ਦੇ ਘਰ ਵਾਲੀ ਤੇ ਨਾਲ ਪੁੱਤਰ ਸੀ, ਕੋ ਹੈ ਮੂੰ ਕੋ ਕਹਾਂ ਸਿਧਾਈ। ਆਖਿਆ ਵੀ ਤੂੰ ਕੌਣ ਹੈ ਤੇ ਕਿੱਥੇ ਜਾ ਰਹੀ ਹੈ? ਹਮ ਗਰੀਬ ਜਮਨਾ ਕੇ ਤੀਰ। ਉਸ ਵੇਲੇ ਫਿਰ ਬੇਨਤੀ ਕੀਤੀ ਸਿਪਾਹੀਆਂ ਤੋਂ ਬਚਣ ਵਾਸਤੇ ਵੀ ਅਸੀਂ ਗਰੀਬ ਲੋਕ ਹਾਂ ਤੇ ਜਮਨਾ ਦੇ ਕੰਢੇ ਤੇ ਜਾਤ ਸਪਰਸ਼ਨ ਨੀਰ ਸਰੀਰ। ਅਸੀਂ ਆਪਣੇ ਸਰੀਰ ਦੇ ਉੱਤੇ ਇਹ ਭਾਵ ਇਸ਼ਨਾਨ ਕਰਨ ਵਾਸਤੇ, ਤਨ ਦੇ ਉੱਤੇ ਪਾਣੀ ਦਾ ਸਪਰਸ਼ ਕਰਨ ਵਾਸਤੇ ਜਾ ਰਹੇ ਹਾਂ, ਕਿ ਜਮਨਾ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਹਾਂ, ਅਸੀਂ ਗਰੀਬ ਲੋਕ ਹਾਂ। ਇਮ ਕਹਿ ਸਦਨ ਮਾਤ ਕੇ ਆਈ। ਇਸ ਤਰ੍ਹਾਂ ਉਸ ਵੇਲੇ ਸਿਪਾਹੀਆਂ ਨੂੰ ਕਹਿ ਕਰਕੇ ਇਹ ਪਾਲਕ ਪੁੱਤਰ ਅਜੀਤ ਸਿੰਘ ਦੇ ਘਰ ਵਾਲੀ ਪੁਰਾਣੇ ਵਸਤਰ ਪਾ ਕਰਕੇ ਇਸ ਤਰੀਕੇ ਦੇ ਨਾਲ ਫੌਜ ਤੋਂ ਬਚ ਕਰਕੇ ਮਾਤਾ ਜੀ ਦੇ ਪਾਸ, ਮਾਤਾ ਜੀ ਦੇ ਘਰੇ ਆ ਗਈ। ਰੁਦਤ ਬਿਰਲਾਪਤ ਪਰੀ ਸੋ ਪਾਈ। ਰੋਂਦਿਆਂ ਹੋਇਆਂ, ਵਿਰਲਾਪ ਕਰਦਿਆਂ ਹੋਇਆਂ ਮਾਤਾ ਜੀ ਦੇ ਚਰਨੀ ਪਏ। ਅਜੀਤ ਸਿੰਘ ਕੋ ਗੇਰ ਅਗਾਰੀ। ਤੇ ਜੋ ਪੁੱਤਰ ਸੀ ਆਪਣਾ ਹੱਠੀ ਸਿੰਘ, ਪਾਲਕ ਪੁੱਤਰ ਅਜੀਤ ਸਿੰਘ ਦਾ, ਤਾਂ ਉਸ ਨੂੰ ਮਾਤਾ ਜੀ ਦੇ ਅੱਗੇ ਰੱਖ ਕਰਕੇ ਕਹੀ ਪਰੀ ਹਮ ਸਰਨ ਤਿਹਾਰੀ। ਬੇਨਤੀ ਕੀਤੀ, ਮਾਤਾ ਜੀ ਅਸੀਂ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ। ਰਾਖੇ ਜਾਏ ਅਬੇ ਜਿਸ ਭਾਂਤ। ਜਿਸ ਤਰ੍ਹਾਂ ਤੁਸੀਂ ਸਾਡੀ ਰਾਖੀ ਕਰ ਸਕਦੇ ਹੋ, ਸਾਨੂੰ ਜਿਸ ਤਰੀਕੇ ਨਾਲ ਬਚਾ ਸਕਦੇ ਹੋ, ਕਰੋ ਉਪਾਵ ਰਾਖੀਏ ਮਾਤ। ਮਾਤਾ ਜੀ ਉਹ ਉਪਾਵ ਕਰੋ, ਉਹ ਯਤਨ ਕਰੋ ਤੇ ਸਾਡੀ ਰੱਖਿਆ ਕਰੋ ਫੌਜ ਦੇ ਕੋਲੋਂ। ਘਰ ਪਰਵੇਸੇ ਅਬ ਲੋਕੇ ਜਬੈ। ਜਦੋਂ ਮਾਤਾ ਜੀ ਨੇ ਵੇਖਿਆ ਹੈ ਕਿ ਅਜੀਤ ਸਿੰਘ ਦੇ ਘਰ ਵਾਲੀ ਤੇ ਬੱਚਾ ਉਹ ਘਰ ਵਿੱਚ ਆਏ ਹਨ, ਮਨ ਉਦਵਿਗਨ ਮਾਤ ਭਈ ਤਬੈ। ਉਸ ਵੇਲੇ ਮਾਤਾ ਜੀ ਦੇ ਹਿਰਦੇ ਦੇ ਵਿੱਚ ਵੀ ਸਾਧ ਸੰਗਤ ਜੀ ਸੋ ਐਸਾ ਭਾਵ ਪੈਦਾ ਹੋਇਆ ਹੈ। ਕੌਲ ਉਠਿਓ ਦਿਲ ਧੀਰ ਬਿਨਾਸੀ। ਮਾਤਾ ਜੀ ਦੇ ਹਿਰਦੇ ਦੇ ਵਿੱਚ ਵੀ ਪ੍ਰੇਮ ਪੈਦਾ ਹੋਇਆ, ਹੌਲ ਪੈਦਾ ਹੋਇਆ, ਧੀਰਜ ਦੂਰ ਹੋਈ। ਮੋਹਿ ਵਿਖਾਤ ਦੇ ਲਖ ਕਰ ਪਾਸੀ। ਤਾਂ ਉਸ ਵੇਲੇ ਮਾਤਾ ਜੀ ਵੇਖਦੇ ਹਨ ਕਿ ਇਹ ਹੁਣ ਮੇਰੇ ਪਾਸ ਇਹ ਹੱਠੀ ਸਿੰਘ ਦੇ, ਇਸੇ ਤਰ੍ਹਾਂ ਮਾਤਾ ਜੀ ਆਏ, ਹੱਠੀ ਸਿੰਘ ਆਇਆ, ਅਜੀਤ ਸਿੰਘ ਦੇ ਘਰ ਵਾਲੀ ਆਈ ਹੈ। ਇਹਨਾਂ ਨੂੰ ਇੱਥੇ ਵੇਖ ਕਰਕੇ ਸਿਪਾਹੀ ਇੱਥੇ ਵੀ ਝਗੜਾ ਕਰਨਗੇ। ਰਹਿਓ ਨਾ ਜਾਏ ਲਿਖਤ ਰੱਖ ਤਿਨ ਕੋ। ਮਾਤਾ ਜੀ ਵਿਚਾਰਦੇ ਆ ਵੀ ਇਹਨਾਂ ਨੂੰ ਪਾਸ ਰੱਖਾਂ, ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਗੇ ਸਿਪਾਹੀ। ਕਰੋ ਨਿਕਾਸਨ ਐ ਅਨ ਬਲ ਕੋ। ਪਰ ਜੇ ਇੱਥੇ ਨਾ ਰੱਖਾਂ, ਇਹਨਾਂ ਨੂੰ ਹੋਰ ਕਿਤੇ ਜਾਣ ਵਾਸਤੇ ਆਖਾਂ ਤੇ ਇਹ ਵੀ ਅਣਬਣ ਗੱਲ ਹੈ। ਅਤਿਆਦਕ ਔਰ ਬਹੁਤ ਵਿਚਾਰਾ। ਇਸ ਤੋਂ ਆਦਿਕ ਬਹੁਤੀ ਵਿਚਾਰ ਕੀਤੀ ਹੈ ਵੀ ਸਿਪਾਹੀ ਜ਼ਰੂਰ ਆਉਣਗੇ, ਇੱਥੇ ਇਹਨਾਂ ਨੂੰ ਰਹਿਣ ਨਹੀਂ ਦੇਣਗੇ। ਤਤ ਚਿਨ ਮੁਖੀਆ ਸਿੱਖ ਹੰਕਾਰਾ। ਵਿਚਾਰ ਕਰਕੇ ਫਿਰ ਉਸ ਵੇਲੇ ਆਪਣੇ ਸਿੱਖਾਂ ਦੇ ਵਿੱਚੋਂ ਛੇਤੀ ਦੇ ਨਾਲ ਮੁਖੀ ਸਿੱਖ ਨੂੰ ਬੁਲਾਇਆ ਮਾਤਾ ਜੀ ਨੇ। ਕਹਿਓ ਭੇਦ ਸਭ ਜੰਦੜ ਚਰੀ। ਤਾਂ ਉਸ ਵੇਲੇ ਮਾਤਾ ਜੀ ਨੇ ਸਾਰੇ ਇਹ ਭੇਦ ਦੀ ਜਿਹੜੀ ਗੁੱਝੀ ਗੱਲ ਹੈ ਉਹ ਦੱਸੀ ਹੈ ਕਿ ਇਹ ਪਾਲਕ ਪੁੱਤਰ ਅਜੀਤ ਸਿੰਘ ਦੇ ਘਰ ਵਾਲੀ ਆਈ ਹੈ, ਉਹਦਾ ਤਾਂ ਬੱਚਾ ਆਇਆ ਹੈ,
ਇਹਨਾਂ ਨੂੰ ਬਚਾਉਣਾ ਹੈ। ਇਸ ਕਰਕੇ ਛੇਤੀ ਦੇ ਨਾਲ ਇੱਕ ਰੱਥ ਲਿਆ ਕੇ ਦਿਓ ਮੈਨੂੰ। ਦੌਣ ਚੜਾਏ ਸੰਗ ਚੱਲ ਪਰੀ। ਤੇ ਮਾਤਾ ਜੀ ਉਸ ਵੇਲੇ ਮੁਖੀਏ ਸਿੱਖ ਨਾਲ ਵਿਚਾਰ ਕਰਕੇ ਦੋਨਾਂ ਨੂੰ ਚੜਾ ਕਰਕੇ ਰੱਥ ਦੇ ਉੱਤੇ ਆਪ ਜੀ ਵੀ ਨਾਲ ਹੀ ਚੜ ਗਏ ਤੇ ਚੱਲ ਪਏ। ਪੁਰਤੇ ਲਿਖੀ ਤੁਰਤ ਸਿਧਾਈ। ਤੇ ਦਿੱਲੀ ਸ਼ਹਿਰ ਨੂੰ ਛੱਡ ਕਰਕੇ ਮਾਤਾ ਸੁੰਦਰ ਕੌਰ ਜੀ ਉਸ ਵੇਲੇ ਇਹਨਾਂ ਨੂੰ ਨਾਲ ਲੈ ਕਰਕੇ ਛੇਤੀ ਚੱਲ ਪਏ। ਦਵੈ ਦਿਨ ਬੀਤੇ ਭਰਤਗੜ ਆਈ। 2 ਦਿਨ ਬੀਤੇ ਆ ਤੇ ਮਾਤਾ ਜੀ ਇਸ ਤਰ੍ਹਾਂ ਰੱਥ ਤੇ ਅਸਵਾਰ ਹੋ ਕਰਕੇ ਪਾਲਕ ਪੁੱਤਰ ਅਜੀਤ ਸਿੰਘ ਦੇ ਘਰ ਵਾਲੀ ਨੂੰ ਨਾਲ ਲੈ ਕੇ, ਉਹਨਾਂ ਦੇ ਬੱਚੇ ਹੱਠੀ ਸਿੰਘ ਨੂੰ ਨਾਲ ਲੈ ਕੇ ਤੇ ਭਰਤਗੜ੍ਹ ਦੇ ਵਿੱਚ ਆ ਗਏ। ਭਈ ਪ੍ਰਭਾਤ ਨਰਤਪੁਰ ਮਾਝ। ਉਧਰਲੇ ਪਾਸੇ ਕਹਿੰਦੇ ਲੜਾਈ ਚੱਲਦੀ ਹੈ, ਇੱਕ ਪਾਰ ਰਹਿੰਦੇ ਆ ਇਹ ਇਧਰ ਆਏ ਸੀ ਨਾ, 3 ਪਹਿਰ ਰਾਤ ਦੇ ਬੀਤੇ ਸੀ, 1 ਪਹਿਰ ਰਹਿੰਦਾ ਸੀ, ਭਾਵ 3 ਘੰਟੇ ਰਹਿੰਦੇ ਸੀ ਦਿਨ ਚੜ੍ਹਨ ਦੇ ਵਿੱਚ। 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਜਿਹੜਾ ਸਮਾਂ ਸੀ, ਤਾਂ ਉਹ ਪ੍ਰਭਾਤ ਹੋਣ ਤੀਕ ਲੜਾਈ ਉਧਰ ਹੁੰਦੀ ਰਹੀ। ਡਰਤ ਅਜੀਤ ਸਿੰਘ ਬਿਕਤਾਹੀ। ਤਾਂ ਉਹ ਫੌਜ ਬਹੁਤੀ ਆਈ ਵੇਖ ਕਰਕੇ ਪਾਲਕ ਪੁੱਤਰ ਅਜੀਤ ਸਿੰਘ ਹੁਣ ਡਰਦਾ ਹੈ। ਪਰਿਓ ਘਮੰਡ ਤੁਫੰਗਣ ਕੇਰਾ। ਬੜਾ ਕਹਿੰਦੇ ਗੋਲੀਆਂ ਦਾ ਘਮੰਡ ਪਿਆ ਹੋਇਆ ਦੋਵੇਂ ਪਾਸੇ, ਘਮਸਾਨ ਪਿਆ ਹੋਇਆ ਦੋਵੇਂ ਪਾਸਿਓਂ, ਬਹੁਤ ਬੰਦੂਕਾਂ ਦੇ ਵਿੱਚੋਂ ਗੋਲੀਆਂ ਇਧਰੋਂ ਤੁਰਕ ਚਲਾਉਂਦੇ, ਉਧਰੋਂ ਸਿੰਘ ਜਿਹੜੇ ਅਜੀਤ ਸਿੰਘ ਦੇ ਨਾਲ ਉਹ ਚਲਾ ਰਹੇ ਹਨ। ਅਰਧਕ ਸਿੰਘ ਮਰੇ ਕਿਸ ਵੇਰਾ। ਜਿੰਨੇ ਸਿੰਘ ਸੀ ਨਾ ਜੋ ਪਾਲਕ ਪੁੱਤਰ ਅਜੀਤ ਸਿੰਘ ਦੇ ਸਾਥੀ, ਉਹ ਜਿੰਨੀ ਉਹਨਾਂ ਦੀ ਗਿਣਤੀ ਸੀ ਅੱਧੇ ਤਾਂ ਮਾਰੇ ਗਏ। ਰਸਤ ਹਰਾਸਿਓ ਧੀਰ ਨਾ ਰਹੀ। ਤਾਂ ਜਿਹੜੇ ਬਾਕੀ ਆ ਉਹ ਵੀ ਡਰ ਰਹੇ ਹਨ ਵੇਖ ਵੇਖ ਕੇ ਫੌਜ ਨੂੰ, ਉਹਨਾਂ ਦੀ ਵੀ ਧੀਰਜ ਛੁੱਟ ਗਈ ਹੈ। ਕਪਾਉ ਜਾਏ ਕਰ ਭਾਜੋ ਕਹੀ। ਤੇ ਹੁਣ ਅਜੀਤ ਸਿੰਘ ਸੋਚਦਾ ਹੈ ਵੀ ਕਿਤੇ ਲੁਕ ਛਿਪ ਜਾਵਾਂ ਜਾਂ ਕਿਸੇ ਪਾਸੇ ਭੱਜ ਜਾਵਾਂ। ਇਸ ਤਰ੍ਹਾਂ ਦਾ ਭਾਵ ਉਹਦੇ ਅੰਦਰ ਆ ਰਿਹਾ ਹੈ ਕਿਉਂਕਿ ਉਹਨੇ ਸਿੱਖੀ ਤਿਆਗ ਦਿੱਤੀ ਹੈ, ਗੁਰੂ ਘਰ ਤੋਂ ਬੇਮੁਖ ਹੋ ਗਿਆ, ਮਨਮੁਖ ਹੋ ਗਿਆ। ਜਦੋਂ ਗੁਰੂ ਦੇ ਬਚਨਾਂ ਨੂੰ ਇਨਸਾਨ ਛੱਡ ਦਿੰਦਾ ਹੈ, ਸਿੱਖੀ ਤਿਆਗ ਦਿੰਦਾ ਹੈ, ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਤਿਆਗ ਦਿੰਦਾ ਹੈ, ਤੇ ਫਿਰ ਕਾਇਰ ਬਣ ਜਾਂਦਾ ਹੈ। ਜਦੋਂ ਗੁਰੂ ਕੀ ਸਿੱਖਿਆ ਵਿੱਚ ਚੱਲਦਾ ਹੈ, ਗੁਰੂ ਕੀ ਸਿੱਖੀ ਨੂੰ ਕਮਾਉਂਦਾ ਹੈ, ਗੁਰੂ ਕੀ ਦਸੀ ਰਹਿਤ ਮਰਿਆਦਾ ਵਿੱਚ ਚੱਲਦਾ ਹੈ, ਤੇ ਫਿਰ ਬਹਾਦਰ ਬਣ ਜਾਂਦਾ। ਫਿਰ ਗੁਰੂ ਕੀ ਕਲਾ ਵੀ ਵਰਤਦੀ, ਫਿਰ ਸਤਿਗੁਰੂ ਜੀ ਇੱਕ ਇੱਕ ਨੂੰ 1.25 ਲੱਖ ਨਾਲ ਵੀ ਲੜਾ ਦਿੰਦੇ। ਪਰ ਜਦੋਂ ਗੁਰੂ ਸਾਹਿਬ ਜੀ ਦੇ ਬਚਨਾਂ ਤੇ ਨਿਸ਼ਚਾ ਨਹੀਂ ਰਹਿ ਜਾਂਦਾ, ਐਸ਼ੋ ਆਰਾਮ ਦੇ ਵਿੱਚ ਪੈ ਜਾਂਦਾ ਹੈ, ਮਨ ਮਰਜ਼ੀ ਕਰਨ ਲੱਗ ਪੈਂਦਾ ਹੈ, ਤੇ ਸਿੱਖੀ ਤਿਆਗ ਦਿੰਦਾ ਹੈ, ਤੇ ਫਿਰ ਉਹ ਤਾਕਤ ਨਹੀਂ ਰਹਿੰਦੀ ਹੈ ਜਿਹੜੀ ਗੁਰੂ ਸਾਹਿਬ ਜੀ ਦੀ ਕਲਾ ਵਰਤਣੀ ਹੁੰਦੀ, ਉਹ ਕਲਾ ਨਹੀਂ ਫਿਰ ਵਰਤਦੀ। ਇਸ ਨੇ ਸਿੱਖੀ ਤਿਆਗ ਦਿੱਤੀ ਸੀ, ਇਸ ਕਰਕੇ ਹੁਣ ਅੰਦਰੋਂ ਕੰਬਦਾ ਹੈ, ਡਰਦਾ ਹੈ। ਤੇ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਤੇ ਪੂਰਾ ਪਹਿਰਾ ਦਿੱਤਾ, ਉਹਨਾਂ ਨੂੰ ਮਹਾਰਾਜ ਨੇ 1.25 ਲੱਖ ਨਾਲ ਵੀ ਲੜਾ ਦਿੱਤਾ, ਪਰ ਕਦੀ ਫੁਰਨਾ ਹੀ ਨਹੀਂ ਸੀ ਬਣਿਆ ਵੀ ਪਿਛਾਂ ਹਟਣਾ, ਉਹ ਤਾਂ ਅੱਗੇ ਨੂੰ ਹੀ ਵਧਦੇ ਗਏ ਸਨ। ਇਸ ਕਰਕੇ ਗੁਰਬਾਣੀ ਦਾ ਬਚਨ ਹੈ ਜਿਹੜਾ ਗੁਰੂ ਕੇ ਹੁਕਮ ਵਿੱਚ ਚੱਲਦਾ ਹੈ, ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਤੇ ਉਹੀ ਗੁਰੂ ਸਾਹਿਬ ਨੂੰ ਪ੍ਰਵਾਨ ਹੁੰਦਾ ਹੈ, ਉਹਦੇ ਤੇ ਗੁਰੂ ਕੀ ਕਿਰਪਾ ਹੁੰਦੀ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜੋ ਆਪਣੇ ਮਰਜ਼ੀ ਦੇ ਵਿੱਚ ਚੱਲਦਾ, ਆਪਣੇ ਭਾਣੇ ਚੱਲਦਾ, ਉਹ ਵਿਛੜ ਜਾਂਦਾ ਤੇ ਚੋਟਾਂ ਖਾਂਦਾ। ਜਿਹੜਾ ਗੁਰੂ ਕੇ ਹੁਕਮ ਦੇ ਵਿੱਚ ਚੱਲਦਾ, ਉਹੀ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਹੈ। ਇਸ ਪਾਲਕ ਪੁੱਤਰ ਨੇ ਸਿੱਖੀ ਤਿਆਗ ਦਿੱਤੀ ਸੀ, ਮਾਤਾ ਜੀ ਨੇ ਇਹਨੂੰ ਤਿਆਗ ਦਿੱਤਾ। ਇਸ ਕਰਕੇ ਹੁਣ ਉਹ ਧੀਰਜ ਨਹੀਂ ਰਹਿ ਗਈ, ਉਹ ਕਲਾ ਨਹੀਂ ਗੁਰੂ ਸਾਹਿਬ ਜੀ ਦੀ, ਉਹ ਸ਼ਕਤੀ ਨਹੀਂ ਹੈ। ਇਸ ਕਰਕੇ ਖਿਆਲ ਕਰਦਾ ਵੀ ਕਿਸੇ ਪਾਸੇ ਛਿਪ ਜਾਵਾਂ ਜਾਂ ਭੱਜ ਜਾਵਾਂ। ਬਹੁਤ ਵਿਚਾਰਤ ਕਾਤਰ ਹੋਆ। ਬਹੁਤ ਵਿਚਾਰ ਕਰਦਿਆਂ ਹੋਇਆਂ ਕਾਇਰ ਹੋ ਗਿਆ, ਡਰਪੋਕ ਹੋ ਗਿਆ ਇਹ ਪਾਲਕ ਪੁੱਤਰ। ਘੇਰੋ ਜੋ ਜਿਸ ਮੈਂ ਜਿਨ ਜੋਵਾ। 4 ਚੁਫੇਰੇ ਵੇਖਿਆ ਵੀ ਘੇਰਾ ਹੀ ਬੜਾ ਜ਼ਿਆਦਾ ਪੱਕਾ ਹੋਇਆ ਹੈ। ਰਹੇ ਨਿਕਟ ਪੱਕ ਰਨ ਜਿਤ ਸੂਰੇ। ਵੀ ਹੁਣ ਮੇਰੇ ਪਾਸ ਥੋੜੇ ਸੂਰਮੇ ਰਹਿ ਗਏ ਜੰਗ ਕਰਨ ਵਾਲੇ, ਤੁਕੇ ਤੁਰਕ ਤੀਰ ਚਹੁ ਓਰੇ। ਤੇ 4 ਚੁਫੇਰੇ ਜਿਹੜੇ ਆ ਤੁਰਕ
ਉਹ ਤਾਂ ਨੇੜੇ ਢੁੱਕ ਕੇ ਆ ਰਹੇ ਆ, ਨੇੜੇ ਆ ਰਹੇ ਹਨ, ਅੱਗੇ ਵਧਦੇ ਆ ਰਹੇ ਆ। ਨੀਠ ਨੀਠ ਸੰਧਿਆ ਲਗ ਲਰੇ, ਹੌਲੀ ਹੌਲੀ ਕਰਕੇ ਵੀ ਸੰਧਿਆ ਤੀ ਕਹਿੰਦੇ ਲੜਾਈ ਕਰਦੇ ਰਹੇ। ਦਸਕ ਸਿੰਘ ਰਹਿ ਗਏ ਸਭ ਮਰੇ, ਬਾਕੀ ਸਾਰੇ ਮਾਰੇ ਗਏ ਤੇ ਹੁਣ ਇਸ ਅਜੀਤ ਸਿੰਘ ਦੇ ਪਾਸ 10 ਸਿੰਘ ਰਹਿ ਗਏ। ਕਰੀ ਸਿਗਰਤਾ ਚਰਨ ਅਜਾਹਰ, ਤਾਂ ਉਸ ਵੇਲੇ ਬੜੀ ਸ਼ੀਘਰਤਾ ਕੀਤੀ ਹੈ, ਵੀ ਗੁਪਤ ਚੱਲ ਪੈਣ ਦੀ ਕਾਹਲੀ ਕੀਤੀ ਹੈ, ਵੀ ਛੇਤੀ ਛੇਤੀ ਦੇ ਨਾਲ ਮੈਂ ਹੁਣ ਕਿਸੇ ਪਾਸੇ ਨੂੰ ਮੈਂ ਭੱਜ ਜਾਵਾਂ। ਨਿਕਸ ਅਜੀਤ ਸਿੰਘ ਬਾਗਾ ਬਾਹਰ, ਤਾਂ ਇਸ ਤਰ੍ਹਾਂ ਕਹਿੰਦੇ ਵੀ ਬੜੀ ਛੇਤੀ ਕਾਹਲੀ ਕਰਕੇ ਨਾ ਫਿਰ ਅਜੀਤ ਸਿੰਘ ਬਾਹਰ ਨਿਕਲ ਗਿਆ ਆਪਣੇ ਘਰ ਚੋਂ। ਉਸ ਬੇਜਤ ਜੋ ਬ੍ਰਿੰਦ ਕਲਾਲ, ਤੇ ਜਿਹੜੇ ਉਹ ਕਲਾਲ ਸੀ ਨਾ ਨਗਰ ਦੇ ਵਿੱਚ, ਜਿਹੜੇ ਇਸ ਨੂੰ ਮੰਨਦੇ ਸੀ ਤੇ ਜਿਹੜੇ ਉਹ ਭੁੱਸ ਵੇਚਦੇ ਸੀ, ਤੂੜੀ ਆਦਿਕ ਉਹ ਵੇਚਿਆ ਕਰਦੇ ਸਨ, ਉਤੇ ਸਿੱਖ ਕਿਸਕੇ ਪੁਰਜਾਲ, ਉਹ ਕਹਿੰਦੇ ਵੀ ਬਹੁਤੇ ਇਸ ਦੇ ਸਿੱਖ ਬਣੇ ਹੋਏ ਸਨ ਨਗਰ ਦੇ, ਦਿੱਲੀ ਸ਼ਹਿਰ ਦੇ। ਤਿਨਕੇ ਸਦਨ ਜਾਏ ਘਰ ਵਰਿਓ, ਉਹਨਾਂ ਦੇ ਘਰਾਂ ਵਿੱਚ ਜਾ ਕੇ ਲੁਕ ਛਿਪ ਗਿਆ। ਕੋਸਠ ਮਹਿਲ ਭੁਸ ਕਿਸ ਵਿੱਚ ਦਰਿਓ, ਤੇ ਉਹ ਕੋਠਿਆਂ ਦੇ ਵਿੱਚ ਜਿਹੜਾ ਤੂੜੀ ਤੰਦ ਜਿਹਾ ਭੁੱਸ, ਉਹਦੇ ਵਿੱਚ ਜਾ ਕਰਕੇ ਵੜ ਗਿਆ, ਛਿਪ ਗਿਆ। ਪਿੱਛੇ ਸਿੰਘ ਕਤਲ ਸਭ ਕਰੇ, ਪਿੱਛੇ ਜਿੰਨੇ ਇਹਦੇ ਸਾਥੀ ਸੀ ਨਾ ਉਹ ਵੀ ਮਨਮਰਜ਼ੀਆਂ ਕਰਨ ਵਾਲੇ ਇਹਦੇ ਵਾਂਗੂ ਗੁਰੂ ਘਰ ਤੋਂ ਬੇਮੁਖ ਹੋਏ ਸਨ, ਤਾਂ ਉਹਨਾਂ ਵੀ ਸਾਰਿਆਂ ਨੂੰ ਮਾਰ ਦਿੱਤਾ ਫੌਜ ਨੇ। ਲੂਟਿਓ ਸਦਨ ਤੁਰਕ ਗਦ ਭਰੇ, ਬਹੁਤੇ ਤੁਰ ਕੇ ਪਾਲਕ ਪੁੱਤਰ ਦੇ ਘਰ ਦੇ ਵਿੱਚ ਵੜ ਗਏ ਤੇ ਇਹਦਾ ਘਰ ਲੁੱਟ ਲਿਆ। ਪ੍ਰਾਤ ਭਈ ਕਹਿ ਸੌ ਪੁਜਾਇਓ, ਜਦੋਂ ਦਿਨ ਚੜ ਗਿਆ ਤੇ ਬਾਦਸ਼ਾਹ ਨੂੰ ਜਦੋਂ ਸਿਪਾਹੀਆਂ ਨੇ ਆ ਕੇ ਦੱਸਿਆ ਵੀ ਬਾਕੀ ਸਾਰੇ ਮਾਰੇ ਗਏ ਤੇ ਉਹ ਪਾਲਕ ਪੁੱਤਰ ਅਜੀਤ ਸਿੰਘ ਕਿਸੇ ਪਾਸੇ ਭੱਜ ਗਿਆ, ਕਿਤੇ ਲੁਕ ਛਿਪ ਗਿਆ ਹੈ, ਤਾਂ ਉਸਨੇ ਆਖਿਆ ਬਾਦਸ਼ਾਹ ਨੇ ਵੀ ਸਾਰੇ ਪਾਸੇ ਖੋਜ ਕੀਤੀ ਜਾਵੇ ਤੇ ਖੋਜ ਕਰਾਈ ਹੈ। ਮਰਿਓ ਅਜੀਤ ਸਿੰਘ ਦਹ ਪਾਇਓ, ਜਦੋਂ ਸਾਰਿਆਂ ਨੂੰ ਮਰਿਆ ਹੋਇਆਂ ਨੂੰ ਵੇਖਿਆ, ਕਹਿੰਦੇ ਬਾਕੀ ਸਾਰੇ ਉਹਦੇ ਸਾਥੀ ਮਾਰੇ ਗਏ ਪਰ ਉਹ ਪਾਲਕ ਪੁੱਤਰ ਅਜੀਤ ਸਿੰਘ ਨਹੀਂ ਮਰਿਆ ਪਾਇਆ ਗਿਆ। ਉਹ ਲੋਗਨ ਮਿਲ ਕਬਹਿ ਵਿਚਾਰਾ, ਬਹੁਤੇ ਸਿਪਾਹੀਆਂ ਨੇ ਲੋਕਾਂ ਨੇ ਵਿਲ ਕਰਕੇ ਵਿਚਾਰ ਕੀਤੀ, ਲੜਤ ਨ ਇਸ ਬਲ ਕਹਿ ਰਿਪ ਮਾਰਾ, ਇਸ ਥਾਂ ਦੇ ਉੱਤੇ ਲੜਦਿਆਂ ਹੋਇਆਂ ਉਹ ਮਾਰਿਆ ਨਹੀਂ ਗਿਆ ਹੈ। ਨਿਕਸ ਛਪਿਓ ਕਿਸਕੇ ਘਰ ਜਾਈ, ਕਹਿੰਦੇ ਨਿਕਲ ਗਿਆ ਤੇ ਕਿਸੇ ਦੇ ਘਰ ਦੇ ਵਿੱਚ ਰਾਤ ਦੇ ਹਨੇਰੇ ਜਾ ਕੇ ਛੁਪ ਗਿਆ ਹੈ, ਜੇ ਕਾਰਿਨਾ ਲੋਚ ਦਹ ਪਾਈ, ਕਿਉਂਕਿ ਇੱਥੇ ਉਹਦੀ ਲੋਥ ਹੀ ਨਹੀਂ ਪ੍ਰਾਪਤ ਹੋਈ, ਉਸ ਦਾ ਸਰੀਰ ਹੀ ਨਹੀਂ ਪ੍ਰਾਪਤ ਹੋਇਆ ਹੈ। ਸਰਬ ਬ੍ਰਿਤਾਂਤ ਸੁਣਿਓ ਜਬ ਸ਼ਾਹੂ, ਜਦੋਂ ਇਹ ਬਾਦਸ਼ਾਹ ਨੇ ਸਾਰੀ ਗੱਲਬਾਤ ਆਪਣੇ ਸਿਪਾਹੀਆਂ ਦੇ ਕੋਲੋਂ ਸੁਣੀ ਹੈ, ਦੁਰਿਓ ਨਕੇਤ ਕਿਸੀ ਪੁਰ ਮਾਹੂ, ਇਹ ਦਿੱਲੀ ਸ਼ਹਿਰ ਦੇ ਵਿੱਚ ਹੀ ਇਹ ਪਾਲਕ ਪੁੱਤਰ ਅਜੀਤ ਸਿੰਘ ਕਿਸੇ ਦੇ ਘਰ ਵਿੱਚ ਜਾ ਕੇ ਛੁਪ ਗਿਆ ਹੈ। ਕਹਿ ਕਰ ਤਬ ਢੂੰਡੀ ਮਿਟਵਾਈ, ਕਹਿ ਕਰ ਤਬ ਡੌਂਡੀ ਪਿਟਵਾਈ, ਡੌਂਡੀ ਕਹੀਏ ਵੀ ਉਹ ਸਾਰੇ ਆਵਾਜ਼ ਦੇ ਦਿੱਤੀ ਦਿੱਲੀ ਸ਼ਹਿਰ ਦੇ ਵਿੱਚ, ਡੌਂਡੀ ਪਟਵਾ ਦਿੱਤੀ ਆ ਵੀ ਢੋਲ ਖੜਕਾ ਕੇ ਆਵਾਜ਼ ਦੇ ਦਿੱਤੀ। ਸਭ ਪੁਰਜਨ ਕੇ ਸਰੋਗਨ ਪਾਈ, ਸਾਰੇ ਦਿੱਲੀ ਨਿਵਾਸੀਆਂ ਦੇ ਕੰਨਾਂ ਵਿੱਚ ਇਹ ਆਵਾਜ਼ ਪਾ ਦਿੱਤੀ ਡੌਂਡੀ ਪਟਵਾ ਕੇ, ਦੁਰਿਓ ਸਤਨ ਜਿਸ ਆਨ ਬਤਾਵੇ, ਕਿ ਜਿਸ ਦੇ ਘਰ ਦੇ ਵਿੱਚ ਇਹ ਪਾਲਕ ਪੁੱਤਰ ਅਜੀਤ ਸਿੰਘ ਲੁਕਿਆ ਹੈ, ਛਿਪਿਆ ਹੈ, ਉਹ ਆ ਕੇ ਸਾਨੂੰ ਦੱਸੇ, ਅਬ ਬਚ ਰਹਿ ਨਾ ਸੰਕਟ ਪਾਵੇ, ਕਿਉਂਕਿ ਹੁਣ ਉਹ ਬਚ ਨਹੀਂ ਰਹੇਗਾ, ਉਸ ਨੂੰ ਸੰਕਟ ਪ੍ਰਾਪਤ ਹੋਵੇਗਾ। ਨਾਹਿਤ ਜਬ ਪੀਛੇ ਹੋਏ ਜਾਹਰ, ਤਾਂ ਕਹਿੰਦੇ ਹਨ ਇਹ ਵੀ ਗੱਲ ਆਖੇ ਵੀ ਦੱਸ ਦਿਓ ਜਿਸ ਦੇ ਘਰੇ ਲੁਕਿਆ ਛਿਪਿਆ ਹੈ ਬਚ ਜਾਵੇਗਾ, ਉਹਨੂੰ ਸੰਕਟ ਨਹੀਂ ਹੋਣ ਦਿੱਤਾ ਜਾਵੇਗਾ, ਦੁੱਖ ਨਹੀਂ ਦਿੱਤਾ ਜਾਵੇਗਾ, ਪਰ ਜੇ ਨਾ ਦੱਸਿਆ ਤੇ ਬਾਅਦ ਵਿੱਚ ਜ਼ਾਹਰ ਹੋ ਗਿਆ, ਪ੍ਰਗਟ ਹੋ ਗਿਆ। ਲੈਹੋ ਡੰਡ ਨਿਕਾਸੋ ਬਾਹਰ, ਹਾਂ ਜੇ ਪਤਾ ਲੱਗ ਗਿਆ ਨਾ ਵੀ ਇਸ ਦੇ ਘਰ ਦੇ ਵਿੱਚ ਲੁਕਿਆ ਸੀ, ਇਸ ਆਦਮੀ ਦੇ ਘਰ ਵਿੱਚ, ਉਹ ਘਰ ਵਾਲੇ ਨੂੰ ਵੀ ਦੰਡ ਦਿੱਤਾ ਜਾਵੇਗਾ ਤੇ ਨਾਲੇ ਉਸ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਕੇ ਦਿੱਲੀ ਸ਼ਹਿਰ ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਦਾਸੀ ਦੇ ਦੇ ਪਤੋ ਕੁਟੰਬ, ਜੇ ਪਤਾ ਲੱਗ ਗਿਆ ਨਾ ਵੀ ਇਸ ਘਰ ਦੇ ਵਿੱਚ ਲੁਕਿਆ ਸੀ, ਛਿਪਿਆ ਸੀ, ਜੇ ਨਾ ਦੱਸਿਆ ਕਿਸੇ ਨੇ ਤੇ ਸਾਰੇ ਪਰਿਵਾਰ ਨੂੰ ਫਾਹੇ ਲਾ ਲਾ ਕੇ ਮਾਰ ਦਿਆਂਗੇ, ਫਾਂਸੀ ਦੇ ਦੇ ਕੇ ਕੁਟੰਬ ਮਾਰ ਦਿੱਤਾ ਜਾਵੇਗਾ। ਬਚੇ ਨਾ ਕੈਸੇ ਨਹਿ ਅਲੰਬ, ਹਾਂ ਉਹ ਸਾਰਾ ਪਰਿਵਾਰ ਫਾਂਸੀ ਦੇ ਕੇ ਮਾਰ ਦਿੱਤਾ ਜਾਵੇਗਾ, ਕਿਸੇ ਪ੍ਰਕਾਰ ਬਚੇਗਾ ਨਹੀਂ, ਕੋਈ ਆਸਰਾ ਵੀ ਭਾਵੇਂ ਲੈ ਲੈਣ। ਸੁਨ ਕਲਾਲ ਦਿਲ ਹੌਲ ਵਿਸਾਲਾ, ਉਹ ਕਲਾਲ ਪਰਿਵਾਰ ਜਿਹੜਾ ਸੀ, ਉਹਨਾਂ ਨੇ ਜਿਸ ਵੇਲੇ ਇਹ ਡੌਂਡੀ ਸੁਣੀ ਹੈ
ਇਹ ਆਵਾਜ਼ ਸੁਣੀ ਹੈ ਤੇ ਦਿਲ ਵਿੱਚ ਹੌਲ ਪਿਆ ਬਹੁਤਾ ਜ਼ਿਆਦਾ। ਜਾਏ ਬਤਾਏ ਦਿਓ ਤਿਸ ਕਾਲਾ। ਬਹੁਤੇ ਘਬਰਾਏ ਤੇ ਉਸ ਪਰਿਵਾਰ ਨੇ ਜਿਨ੍ਹਾਂ ਦੇ ਘਰੇ ਲੁਕ ਕੇ ਬੈਠਾ ਸੀ ਨਾ ਪਾਲਕ ਪੁੱਤਰ ਅਜੀਤ ਸਿੰਘ, ਉਹਨਾਂ ਜਾ ਬਾਦਸ਼ਾਹ ਨੂੰ ਦੱਸਿਆ। ਛਪਿਓ ਆਣ ਘਰ ਹੈ ਘਰ ਮੇਰੇ। ਆਨਾ ਦੱਸ ਦਿੱਤਾ ਵੀ ਮੇਰੇ ਘਰ ਦੇ ਵਿੱਚ ਆ ਕੇ ਛੁਪਿਆ ਹੋਇਆ ਹੈ। ਵੱਡ ਦੀਜੈ ਕੁਝ ਸੰਗ ਘਨੇਰੇ। ਇਸ ਕਰਕੇ ਮੇਰੇ ਨਾਲ ਬਹੁਤੇ ਸਿਪਾਹੀ ਭੇਜ ਦਿਓ, ਮੈਂ ਦੱਸ ਦਿੰਦਾ ਵੀ ਕਿੱਥੇ ਮੇਰੇ ਘਰ ਦੇ ਵਿੱਚ ਲੁਕਿਆ ਹੈ। ਦੇ ਕਰ ਗਮਨਿਓ ਸਾਤ ਸਿਪਾਹੀ। ਇਸ ਤਰ੍ਹਾਂ ਕਹਿੰਦੇ ਵੀ 7 ਸਿਪਾਹੀ ਨਾਲ ਲੈ ਕਰਕੇ ਉਹ ਘਰ ਵਾਲਾ ਚਲੇ ਗਿਆ। ਜਾਏ ਦਿਖਾਇਓ ਨਿਜ ਘਰ ਬਾਹੀ। ਜਾ ਕੇ ਦੱਸ ਦਿੱਤਾ ਵੀ ਉਸ ਕਮਰੇ ਦੇ ਵਿੱਚ ਤੂੜੀ ਵਾਲੇ ਕਮਰੇ 'ਚ ਲੁਕ ਕੇ ਬੈਠਾ ਹੈ। ਗਹਿ ਲੀਨੋ ਤਹ ਤੇ ਤਤਕਾਲਾ। ਉੱਥੇ 7 ਸਿਪਾਹੀਆਂ ਨੇ ਜਾ ਕੇ ਉਸ ਮਕਾਨ ਦੇ ਵਿੱਚੋਂ ਛੇਤੀ ਫੜ ਲਿਆ ਹੈ। ਬਹੁਤੇ ਸਾਹੋ ਨਿਕਟ ਨ ਰਜਾਲਾ। ਬਹੁਤੇ ਸਿਪਾਹੀ ਹੋਰ ਇਕੱਠੇ ਹੋ ਗਏ, ਲੋਕ ਇਕੱਠੇ ਹੋ ਗਏ ਤੇ ਪਾਲਕ ਪੁੱਤਰ ਅਜੀਤ ਸਿੰਘ ਨੂੰ ਫੜ ਕੇ ਕਲਾਲਾਂ ਦੇ ਘਰੋਂ ਤੇ ਲੈ ਗਏ ਬਾਦਸ਼ਾਹ ਦੇ ਕੋਲੇ। ਹੀਰਤ ਹੁਕਮ ਦੀਨ ਰਸ ਧਰ ਕੈ। ਵੇਖਦਿਆਂ ਹੋਇਆਂ ਜਦੋਂ ਵੇਖਿਆ ਨਾ ਵੀ ਸਿਪਾਹੀ ਫੜ ਕੇ ਲੈ ਆਏ ਤੇ ਬਾਦਸ਼ਾਹ ਨੇ ਬਹੁਤ ਗੁੱਸੇ ਵਿੱਚ ਆ ਕਰਕੇ ਫਿਰ ਹੁਕਮ ਸੁਣਾ ਦਿੱਤਾ ਗੱਜ ਕੇ ਪੱਗ ਸੋ ਬੰਧਨ ਕਰਕੇ ਕਿ ਇਹਨੂੰ ਖੂਨੀ ਹਾਥੀ ਦੇ ਪੈਰਾਂ ਦੇ ਨਾਲ ਬੰਨਿਆ ਜਾਵੇ। ਪੈਰਾਂ ਦੇ ਨਾਲ ਬੰਨ ਕਰਕੇ ਬਾਰ ਬਾਰ ਪੁਰ ਗਰੀਨ ਫੇਰੋ। ਵਾਰ-ਵਾਰ ਇਹਨੂੰ ਦਿੱਲੀ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਬਾਜ਼ਾਰ ਵਿੱਚ ਫੇਰਿਆ ਜਾਵੇ, ਘੜੀਸਿਆ ਜਾਵੇ ਹਾਥੀ ਦੇ ਪੈਰਾਂ ਨਾਲ ਬੰਨ ਕੇ। ਨਿਕਸੈ ਪ੍ਰਾਨ ਗਹਿਰ ਤਬ ਗੇਰੋ। ਜਦੋਂ ਇਹਦੇ ਪ੍ਰਾਣ ਨਿਕਲ ਜਾਣ, ਜਿੰਨਾ ਚਿਰ ਨਾ ਨਿਕਲਣ ਉਨਾ ਚਿਰ ਇਹਨੂੰ ਹਾਥੀ ਦੇ ਪੈਰਾਂ ਨਾਲ ਬੰਨ ਕੇ ਗਲੀਆਂ 'ਚ ਫੇਰਿਆ ਜਾਵੇ। ਜਦੋਂ ਪ੍ਰਾਣ ਨਿਕਲ ਜਾਣ ਤੇ ਬਾਹਰ ਸੁੱਟ ਦਿਓ। ਪਾਏ ਦਾਮ ਡਿਡ ਬੰਧਨ ਕਰਿਓ। ਰੱਸੀਆਂ ਪਾ ਕਰਕੇ ਸੰਗਲ ਪਾ ਕੇ ਚੰਗੀ ਤਰ੍ਹਾਂ ਹਾਥੀ ਦੇ ਪੈਰਾਂ ਨਾਲ ਬੰਨ ਦਿੱਤਾ ਹੈ। ਕੁੰਚਰ ਸੰਗ ਬਦੇ ਪੁਰ ਫਿਰਿਓ। ਇਸ ਤਰ੍ਹਾਂ ਕਹਿੰਦੇ ਹਾਥੀ ਦੇ ਪੈਰਾਂ ਨਾਲ ਬੱਝਾ ਹੋਇਆ ਇਹ ਪਾਲਕ ਪੁੱਤਰ ਅਜੀਤ ਸਿੰਘ ਦਿੱਲੀ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਹਾਥੀ ਨੂੰ ਫੇਰਿਆ ਗਿਆ, ਇਸ ਨੂੰ ਨਾਲ ਘੜੀਸਿਆ ਗਿਆ। ਐ ਜਤ ਚਰਨ ਤਸੀਤਤ ਚਲਿਓ। ਜਦੋਂ ਹਾਥੀ ਤੁਰਦਾ ਹੈ ਤੇ ਉਹ ਘੜੀਸਦਾ ਹੋਇਆ ਲਈ ਜਾਂਦਾ ਹੈ। ਹੀਰਨ ਹੇਤ ਕੁਝ ਨਰ ਮਿਲਿਓ। ਲੋਕ ਦਿੱਲੀ ਸ਼ਹਿਰ ਦੇ ਵੇਖ ਰਹੇ ਆ ਵੀ ਉਹ ਪਾਲਕ ਪੁੱਤਰ ਹਾਥੀ ਦੇ ਪੈਰਾਂ ਨਾਲ ਬੱਝਾ ਹੋਇਆ ਘੜੀਸੀ ਦਾ ਜਾਂਦਾ ਹੈ। ਹਾਏ ਹਾਏ ਕਰ ਬਹੁ ਬਿਰਲਾਇਓ। ਹਾਏ ਹਾਏ ਕਰਦਾ, ਰੋਂਦਾ ਕਰਲਾਉਂਦਾ, ਬੜਾ ਵਿਰਲਾਪ ਕਰਦਾ ਹੈ। ਮਾਤਾ ਸ਼ਰਾਪ ਦੀਨ ਚਿਤ ਆਇਓ। ਹੁਣ ਚੇਤੇ ਆਇਆ ਕਿ ਮਾਤਾ ਨੇ ਜੋ ਬਚਨ ਕੀਤਾ ਸੀ ਉਹੀ ਮੇਰੇ ਵਾਸਤੇ ਸ਼ਰਾਪ ਬਣ ਗਿਆ। ਮਾਤਾ ਨੇ ਕਹਿ ਦਿੱਤਾ ਸੀ ਕਿ ਤੂੰ ਬਚਨ ਨਹੀਂ ਮੰਨਿਆ, ਸਿੱਖੀ ਤਿਆਗ ਦਿੱਤੀ ਹੈ, ਇਸ ਕਰਕੇ ਤੂੰ ਇਹ ਕੁਕਰਮ ਕੀਤਾ ਹੈ ਤੇ ਤੂੰ ਇਹ ਜਵਾਨੀ ਨਹੀਂ, ਜਵਾਨੀ ਦੇ ਵਿੱਚ ਹੀ ਕਮੌਤੇ ਮਰੇਗਾ। ਖੋਟੀ ਮੌਤ ਤੈਨੂੰ ਆਵੇਗੀ, ਖੋਟੀ ਮੌਤੇ ਤੂੰ ਮਰੇਗਾ। ਹੁਣ ਉਸ ਮੌਕੇ ਤੇ ਚੇਤੇ ਕਰਦਾ ਵੀ ਇਹ ਮਾਤਾ ਦਾ ਹੀ ਕੀਤਾ ਹੋਇਆ ਬਚਨ ਜਿਹੜਾ ਉਹੀ ਸ਼ਰਾਪ ਬਣ ਗਿਆ ਹੈ। ਹਿਰਦੇ ਬਸੂਰਤ ਬਹੁਤ ਦੁਖ ਪਾਵੈ। ਹਿਰਦੇ ਵਿੱਚ ਝੂਰ ਦਾ ਬਹੁਤਾ ਦੁੱਖ ਪਾਉਂਦਾ ਹੈ। ਉਤਰਿਓ ਮਾਸ ਸਾਧ ਸੁਤਾਵੈ। ਸਰੀਰ ਤੋਂ ਮਾਸ ਉਤਰ ਗਿਆ ਜਦੋਂ ਹਾਥੀ ਨੇ ਘੜੀਸਿਆ ਤੇ ਵਿੱਚੋਂ ਹੱਡ ਦਿਸਦੇ ਹਨ। ਸਗਰੇ ਦਿਨ ਮਹਿ ਫੇਰ ਨ ਕਰਿਓ। ਸਾਰਾ ਦਿਨ ਕਹਿੰਦੇ ਦਿੱਲੀ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਹਾਥੀ ਦੇ ਮਗਰ ਘੜੀਸਦੇ ਰਹੇ ਹਨ। ਗਰੀਬ ਬਾਜ਼ਾਰਨ ਮਹਿ ਗਜ ਫਿਰਿਓ। ਇਹ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਹਾਥੀ ਫੇਰਿਆ ਗਿਆ ਹੈ। ਤਉ ਨ ਨਿਕਸੇ ਪ੍ਰਾਨ ਸੀਕੇ। ਹਾਂ, ਸਾਰਾ ਸਰੀਰ ਛਿੱਲਿਆ ਗਿਆ, ਮਾਸ ਲੱਥ ਗਿਆ, ਹੱਡੀਆਂ ਦਿਸਣ ਲੱਗ ਗਈਆਂ, ਪਰ ਪ੍ਰਾਣ ਨਹੀਂ ਨਿਕਲੇ, ਜਾਨ ਨਹੀਂ ਨਿਕਲੀ। ਫਿਰ ਵੀ ਬਹੁਤ ਦੁਖ ਪਾਵਨ ਸ਼ਰਾਪ ਜੀਕੇ। ਇਸ ਤਰ੍ਹਾਂ ਕਹਿੰਦੇ ਬਹੁਤਾ ਦੁੱਖ ਪਾਇਆ ਇਸ ਸ਼ਰਾਪ ਰੂਪੀ ਬਚਨਾਂ ਨਾਲ। ਦਿਖਸਿਓ ਸੰਧਿਆ ਮੈਂ ਪੁਰ ਬਾਹਰ। ਹਾਂ, ਸੰਧਿਆ ਤੋਂ ਮੌਕੇ ਜਦੋਂ ਸੰਧਿਆ ਹੋ ਗਈ ਤੇ ਦਿੱਲੀ ਸ਼ਹਿਰ ਤੋਂ ਬਾਹਰ ਜਦੋਂ ਕੱਢਿਆ ਗਿਆ ਗਏ ਪਹਾੜੀ ਲੱਗ ਜਿਸ ਨਾਹਰ। ਤਾਂ ਜਿਸ ਵੇਲੇ ਪਹਾੜੀ ਦੇ ਨੇੜੇ ਕਹਿੰਦੇ ਛੋਟੀ ਜੀ ਪਹਾੜੀ ਸੀ ਜਿੱਥੇ ਠਾਹਰ ਸੀ ਰਹਿਣ ਵਾਲੀ, ਉੱਥੇ ਜਦੋਂ ਗਏ ਹਨ, ਊਚ ਨੀਚ ਥਲ ਪਰ ਜਬ ਫਿਰਿਓ। ਜਦੋਂ ਉੱਚੇ ਤੇ ਨੀਵੇਂ ਥਲ ਦੇ ਉੱਤੇ ਹਾਥੀ ਫੇਰਿਆ ਗਿਆ, ਤਬ ਸਿਰ ਪੱਗ ਕਰ ਦਬ ਕੁੱਟ ਪਰਿਓ। ਉਸ ਮੌਕੇ ਦੇ ਉੱਤੇ ਸਿਰ ਦੇ ਉੱਤੇ ਹਾਥੀ ਦਾ ਪੈਰ ਆਇਆ, ਦੱਬਿਆ ਗਿਆ ਤੇ ਫਿਰ ਸਿਰ ਫੁੱਟ ਗਿਆ। ਇਸ ਤਰ੍ਹਾਂ ਕਹਿੰਦੇ ਵੀ ਫਿਰ ਮੌਤ ਹੋਈ। ਹਿਮ ਦਿੱਲੀ ਪੁਰ ਮਹਿ ਸੋ ਮਾਰਾ। ਇਸ ਤਰ੍ਹਾਂ ਦਿੱਲੀ ਸ਼ਹਿਰ ਦੇ ਵਿੱਚ ਪਾਲਕ ਪੁੱਤਰ ਅਜੀਤ ਸਿੰਘ ਖੋਟੀ ਮੌਤੇ ਮਰ ਗਿਆ। ਸਿੱਖਣ ਮਹਾ ਤਰਾਸ ਕੋ ਧਾਰਾ। ਤੇ ਸਿੱਖਾਂ ਨੇ ਵੀ ਫਿਰ ਬਹੁਤ ਵੱਡਾ ਜਿਹੜਾ ਉਹ ਡਰ ਧਾਰਨ ਕੀਤਾ। ਡਰ ਕਾਹਦਾ ਧਾਰਨ ਕੀਤਾ ਵੀ ਵੇਖੋ
ਵੀ ਇਹ ਮਾਤਾ ਜੀ ਨੇ ਬਚਨ ਕੀਤਾ ਸੀ ਤੇ ਉਸੇ ਤਰ੍ਹਾਂ ਮਾਤਾ ਜੀ ਦਾ ਬਚਨ ਪੂਰਾ ਹੋਇਆ। ਇਹਨੇ ਸਿੱਖੀ ਤਿਆਗ ਦਿੱਤੀ ਸੀ, ਮਾਤਾ ਜੀ ਨੇ ਇਹਨੂੰ ਤਿਆਗ ਦਿੱਤਾ ਤੇ ਵੇਖੋ ਕਿੰਨੀ ਖੋਟੀ ਮੌਤੇ ਮਰਿਆ, ਜਿਵੇਂ ਮਾਤਾ ਜੀ ਨੇ ਬਚਨ ਕੀਤਾ ਸੀ ਵੀ ਮਾਤਾ ਜੀ ਦਾ ਬਚਨ ਜਿਹੜਾ ਕੀਤਾ ਹੋਇਆ ਉਹ ਪੂਰਾ ਹੋ ਜਾਂਦਾ ਹੈ। ਇਹ ਵਿਚਾਰ ਕਰਕੇ ਸਿੱਖਾਂ ਨੇ ਡਰ ਧਾਰਨ ਕੀਤਾ। ਤਾਂ ਸਾਧ ਸੰਗਤ ਜੀ, ਇਹ ਪਾਲਕ ਪੁੱਤਰ ਨੇ ਜੋ ਗੁਰੂ ਕੀਆਂ ਸੰਗਤਾਂ ਹਰ ਰੋਜ਼ ਹਾਜ਼ਰੀ ਭਰਦੀਆਂ, ਉਹਨਾਂ ਨੇ ਤੇ ਸਾਰੇ ਪ੍ਰਸੰਗ ਪਿੱਛੇ ਸਰਵਣ ਕੀਤੇ ਹੀ ਆ। ਇਸ ਨੇ ਸਿੱਖੀ ਤਿਆਗ ਦਿੱਤੀ ਸੀ, ਕੇਸਾਂ ਦੀ ਬੇਅਦਬੀ ਕਰ ਦਿੱਤੀ ਸੀ, ਜੂੜਾ ਬਣਾ ਦਿੱਤਾ ਸੀ। ਤਾਂ ਕਰਕੇ ਮਾਤਾ ਜੀ ਨੇ ਫਿਰ ਇਹ ਬਚਨ ਕਰ ਦਿੱਤੇ ਸੀ ਵੀ ਤੂੰ ਸਿੱਖੀ ਦਾ ਕੋਈ ਅਦਬ ਹੀ ਨਹੀਂ ਰੱਖਿਆ। ਜਿਸ ਸਿੱਖੀ ਵਾਸਤੇ ਨਾਵੇਂ ਪਾਤਸ਼ਾਹ ਜੀ ਨੇ ਕੁਰਬਾਨੀ ਕੀਤੀ, ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ, ਪਰ ਤੂੰ ਸਿੱਖੀ ਦਾ ਅਦਬ ਵੀ ਕੋਈ ਨਹੀਂ ਕੀਤਾ। ਉਸ ਮੌਕੇ ਤੇ ਆਖਿਆ ਸੀ ਜਵਾਨੀ ਦੇ ਵਿੱਚ ਹੀ ਤੂੰ ਖੋਟੀ ਮੌਤੇ ਮਾਰਿਆ ਜਾਵੇਂਗਾ। ਤਾਂ ਉਹ ਬਚਨ ਮਾਤਾ ਜੀ ਦਾ ਪੂਰਾ ਹੋ ਗਿਆ। ਤਾਂ ਸਾਧ ਸੰਗਤ ਜੀ, ਗੁਰਬਾਣੀ ਵਿੱਚ ਵੀ ਬਚਨ ਹੈ, ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ, ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਜਿਹੜਾ ਦਰਖਤ ਮੁੱਢ ਤੋਂ ਕੱਟਿਆ ਜਾਵੇ, ਜਿਹਦਾ ਮੁੱਢ ਪੁੱਟਿਆ ਜਾਵੇ, ਉਹਦੀਆਂ ਟਾਹਣੀਆਂ ਟਾਹਣੇ ਹਰੇ ਭਰੇ ਨਹੀਂ ਰਹਿੰਦੇ, ਉਹ ਆਪੇ ਹੀ ਸੁੱਕ ਜਾਂਦੇ। ਤੇ ਸਰਾਪ ਰੂਪੀ ਬਚਨ ਸੁਭਾਵਕ ਹੀ ਸਾਧ ਸੰਗਤ ਜੀ, ਇਹ ਗਿਣ ਮਿਥ ਕੇ ਨਹੀਂ ਪਈ, ਇਹ ਸੁਭਾਵਕ ਹੀ ਸਿੱਖੀ ਤਿਆਗ ਦਿੱਤੀ। ਮਾਤਾ ਜੀ ਦੇ ਹਿਰਦੇ ਵਿੱਚ ਐਸਾ ਬਚਨ ਆਇਆ ਤੇ ਉਹ ਬਚਨ ਕਰ ਦਿੱਤਾ, ਤੇ ਸਾਧ ਬਚਨੇ ਅਟਲਾਦਾ, ਉਹ ਬਚਨ ਟਲਦਾ ਥੋੜਾ ਫਿਰ। ਉਹ ਸਰਾਪ ਰੂਪੀ ਬਚਨ ਬਣ ਗਿਆ। ਵਰ ਵੀ ਹੈ ਤੇ ਸਰਾਪ ਵੀ ਹੈ। ਜਿਸ ਤਰ੍ਹਾਂ ਦਾ ਜੀਵ ਕਰਮ ਕਰਦਾ, ਫਲ ਉਹੋ ਜਿਹਾ ਮਿਲਦਾ। ਗੱਲ ਕਰਮਾਂ ਦੀ ਹੈ। ਜਦੋਂ ਮਾੜੇ ਕਰਮ ਕਰਦਾ ਹੈ ਉਹਦਾ ਫਿਰ ਦੁੱਖ ਭੋਗਣਾ ਪੈਂਦਾ, ਚੰਗਾ ਕਰਮ ਕਰਦਾ ਹੈ ਉਹਦਾ ਸੁੱਖ ਪ੍ਰਾਪਤ ਹੁੰਦਾ ਹੈ। ਆਪਣਾ ਕੀਤਾ ਹੀ ਪਾਉਣਾ ਪੈਂਦਾ ਸਾਧ ਸੰਗਤ ਜੀ। ਇਸ ਕਰਕੇ ਮਹਾਰਾਜ ਤੇ ਅੰਮ੍ਰਿਤ ਬਾਣੀ 'ਚ ਐਸੇ ਬਚਨ ਵਾਰ-ਵਾਰ ਕਹਿੰਦੇ, ਆਪੇ ਬੀਜ ਆਪੇ ਹੀ ਖਾਵੋ, ਨਾਨਕ ਹੁਕਮੀ ਆਵਹੁ ਜਾਵੋ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਵੀ ਜੋ ਬੰਦਾ ਕਰਮ ਕਰਦਾ ਉਹ ਫਲ ਇਹਨੂੰ ਪਾਉਣਾ ਹੀ ਪੈਂਦਾ ਹੈ। ਜਿਹੜਾ ਬੀਜਿਆ ਹੈ ਨਾ ਉਹ ਵੱਢਣਾ ਹੀ ਪੈਂਦਾ ਹੈ। ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਜਿਹੜੇ ਕਰਮ ਜੀਵ ਕਮਾਉਂਦਾ ਉਹਦਾ ਫਲ ਵੀ ਆਪ ਹੀ ਭੋਗਣਾ, ਦੋਸ਼ ਕਿਸੇ ਨੂੰ ਨਹੀਂ ਦੇਣਾ। ਠੀਕ ਭਗਤ ਰਸਨਾ ਤੋਂ ਵੀ ਬਚਨ ਹੈ। ਭਗਤ ਤਰਲੋਚਨ ਜੀ ਕਹਿੰਦੇ, ਆਪਣੇ ਘਰ ਵਾਲੀ ਨੂੰ ਸਮਝਾਉਂਦਿਆਂ ਹੋਏ ਆ, ਭਗਤ ਤਰਲੋਚਨ ਜੀ ਦੇ ਘਰ ਦੇ ਵਿੱਚ ਸੰਤਾਨ ਨਹੀਂ ਸੀ ਤੇ ਘਰ ਵਾਲੀ ਭਗਤਨੀ ਉਹ ਭਗਤੀ ਕਰਦੀ ਹੈ, ਪਰ ਕਦੇ ਕਦੇ ਗੁੱਸਾ ਆ ਹੀ ਜਾਂਦਾ ਸੀ ਤੇ ਕਦੇ ਕਦੇ ਕਹਿਣਾ ਵੀ ਰੱਬ ਦੇ ਅਸੀਂ ਕਿਹੜੇ ਮਾਂ ਮਾਰੇ ਆ, ਸਾਨੂੰ ਸੰਤਾਨ ਨਹੀਂ ਦਿੱਤੀ, ਪੁੱਤਰ ਨਹੀਂ ਦਿੱਤਾ। ਤੇ ਭਗਤ ਜੀ ਨੇ ਕਹਿਣਾ, ਭਗਤਨੀਏ ਪਰਮੇਸ਼ਰ ਨੂੰ ਗਾਲਾਂ ਨਾ ਕੱਢਿਆ ਕਰ, ਉਲਾਂਭਾ ਨਾ ਦਿਆ ਕਰ, ਤੇਰੇ ਹੀ ਕਰਮਾਂ ਦਾ ਫਲ ਆ। ਜਿਹੜਾ ਤੂੰ ਕਰਮ ਜਿਸ ਤਰ੍ਹਾਂ ਦਾ ਕੀਤਾ ਹੈ ਨਾ, ਉਹਦਾ ਫਲ ਹੀ ਤੈਨੂੰ ਮਿਲ ਰਿਹਾ। ਇਹ ਬਚਨ ਹੈ ਭਗਤ ਜੀ ਦਾ। ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਦੁਖਰਿਤ ਸੁਖਰਿਤ ਥਾਰੋ ਕਰਮਰੀ। ਵੀ ਦੁੱਖ ਤੇ ਸੁੱਖ ਜੋ ਤੈਨੂੰ ਮਿਲ ਰਿਹਾ ਵਾ, ਇਹ ਤੇਰੇ ਕਰਮਾਂ ਦਾ ਹੀ ਤੈਨੂੰ ਮਿਲ ਰਿਹਾ। ਦਿੱਤਾ ਲਈਆ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਇਹ ਤੇ ਆਪਣੇ ਕਰਮਾਂ ਦਾ। ਇਹ ਸਰੀਰ ਇੱਕ ਖੇਤ ਆ, ਜਿਹੋ ਜਿਹਾ ਕਰਮ ਕਰਾਂਗੇ ਉਹ ਬੀਜ ਬੀਜ ਰਹੇ ਆ, ਤੇ ਜਿਹੜਾ ਬੀਜ ਬੀਜਿਆ ਉਹ ਫਸਲ ਵੱਢਣੀ ਪੈਣੀ, ਉਹ ਫਲ ਵੱਢਣਾ ਪੈਣਾ। ਖੇਤ ਸਰੀਰ ਜੋ ਬੀਜੀਐ, ਖੇਤ ਸਰੀਰ ਜੋ ਬੀਜੀਐ, ਸਰੀਰ ਜੋ ਬੀਜੀਐ, ਖੇਤ ਸਰੀਰ ਜੋ ਬੀਜੀਐ, ਸੋ ਅੰਤ ਖਲੋਆ ਆਏ, ਸੋ ਅੰਤ ਖਲੋਆ ਆਏ। ਮਹਾਰਾਜ ਕਹਿੰਦੇ ਸਰੀਰ ਇੱਕ ਖੇਤ ਆ, ਜੋ ਬੀਜ ਬੀਜਾਂਗੇ ਉਹ ਅੰਤ ਵੇਲੇ ਅੱਗੇ ਆ ਖਲੋਣਾ। ਇਸ ਕਰਕੇ ਬੀਜ ਚੰਗਾ ਹੀ ਬੀਜਣਾ ਚਾਹੀਦਾ, ਚੰਗਾ ਹੀ ਬੀਜ। ਸਭ ਤੋਂ ਚੰਗਾ ਬੀਜ ਕਿਹੜਾ ਹੈ? ਨਾਮ ਦਾ ਬੀਜ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤੋ ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ।
ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਦੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਹੈ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ, ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।